ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ੍ਰੀ ਰਾਗ ਜਿਹੜਾ ਹੈਗਾ ਸ੍ਰੀ ਰਾਗ ਦੇ ਵਿੱਚ ਵਾਰ ਪਹਿਲੀ ਵਾਰ ਚੌਥੀ ਪਾਤਸ਼ਾਹੀ ਦੀ ਇੱਥੋਂ ਜਿਹੜਾ ਹੈਗਾ ਇਹ ਵਾਰਾਂ ਦਾ ਜਿਹੜਾ ਹੈਗਾ ਸੰਗਤੀ ਰੂਪ ਦੇ ਵਿੱਚ ਵਾਰਾਂ ਦੀ ਵਿਚਾਰ ਜਿਹੜੀ ਹੈਗੀ ਇਹ ਸ਼ੁਰੂ ਕਰਨ ਲੱਗੇ ਹਾਂ ਜੀ। ਮਹਾਰਾਜ ਦੀ ਓਟ ਲੈ ਕੇ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਜਿਹੜਾ ਹੈਗਾ ਇਹ ਵਾਰਾਂ ਦੀ ਵਿਚਾਰ ਆਪਾਂ ਨੂੰ ਦੇਣਗੇ। ਇਹੀ ਭਰੋਸਾ ਹੈ, ਇਹੀ ਬੇਨਤੀ ਹੈਗੀ। ਹਉਮੈ ਰਹਿਤ ਹੋ ਕੇ ਜਿਹੜਾ ਹੈਗਾ ਆਪਾਂ ਇਹ ਵਿਚਾਰ ਕਰ ਸਕੀਏ। ਇੱਕ ਅੰਗ 83 ਇੱਕ ਓंकार सतगुर प्रसाद श्री राग की वार महला चौथा ਸ਼ਲੋਕਾਂ ਨਾਲ ਇਹ ਸ੍ਰੀ ਰਾਗ ਦੇ ਵਿੱਚ ਵਾਰ ਆ ਔਰ ਚੌਥੀ ਪਾਤਸ਼ਾਹੀ ਦੀ ਵਾਰ ਆ ਔਰ ਸ਼ਲੋਕ ਜਿਹੜੇ ਹੈਗੇ ਉਹ ਮਹਾਰਾਜ ਪੰਜਵੀਂ ਪਾਤਸ਼ਾਹ ਨੇ ਜਿਨ੍ਹਾਂ ਨੇ ਐਡੀਟਿੰਗ ਕੀਤੀ ਹੈ ਉਹਨਾਂ ਨੇ ਲਗਾਏ ਆ। ਸ਼ਲੋਕਾਂ ਦੇ ਨਾਲ ਵਾਰ ਹੈਗੀ ਹੈ ਪਰ ਇਹਦੀਆਂ ਪੌੜੀਆਂ ਜਿਹੜੀਆਂ ਹੈਗੀਆਂ ਉਹ ਚੌਥੀ ਪਾਤਸ਼ਾਹੀ ਦੀਆਂ ਹੀ ਹੈਗੀਆਂ। ਜਦ ਤੱਕ ਕਿ ਸਪੈਸੀਫਿਕਲੀ ਜਿਹੜੀ ਹੈ ਉਹ ਪ੍ਰਿਸਕ੍ਰਾਈਬ ਨਾ ਕੀਤਾ ਜਾਏ ਕਿ ਬਈ ਇਹ ਕਿਸੇ ਹੋਰ ਪਾਤਸ਼ਾਹੀ ਦੀ ਪੌੜੀ ਲੱਗੀ ਹੋਈ। ਸ੍ਰੀ ਰਾਗ ਸਭ ਤੋਂ ਜਿਹੜਾ ਹੈਗਾ ਸ੍ਰੀ, ਇਹਦਾ ਨਾਮ ਹੀ ਸ੍ਰੀ ਹੈਗਾ। ਰਾਗਾਂ ਦਾ ਸ੍ਰੀ ਰਾਗ ਆ, ਇਹਨੂੰ ਸ੍ਰੀ ਰਾਗ ਕਹਿੰਦੇ। ਰਾਗਾਂ ਦਾ ਸਭ ਤੋਂ ਜਿਹੜਾ ਹੈਗਾ ਇਹ ਰਾਗਾਂ ਦਾ ਸਰਦਾਰ। ਸ਼ਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਕਹਿੰਦੇ ਸ੍ਰੀ ਰਾਗ ਵੀ ਤਾਂ ਹੀ ਇਹ ਰਾਗਾਂ ਦੇ ਵਿੱਚ ਸ੍ਰੀ ਰਾਗ ਆ, ਤਾਂ ਹੀ ਇਹ ਜਿਹੜਾ ਹੈਗਾ ਫਾਇਦਾ ਹੈਗਾ ਇਹਦਾ, ਇਸ ਰਾਗ ਦਾ। ਜੇ ਇਸ ਰਾਗ ਦੇ ਨਾਲ ਉਹ ਸੱਚ ਕੀ ਹੈਗਾ, ਉਹ ਮਾਲਕ ਪਰਮਾਤਮਾ। ਬਾਕੀ ਸਾਰੀ ਸ੍ਰਿਸ਼ਟੀ, ਸਾਰਾ ਜੋ ਆਕਾਰ, ਇਹ ਸਾਰਾ ਕੱਚ ਹੈਗਾ, ਇਹ ਝੂਠ ਹੈਗਾ। ਇਹ ਜਿਹੜਾ ਹੈਗਾ ਮ੍ਰਿਗ ਤ੍ਰਿਸ਼ਨਾ ਹੈਗੀ, ਇਹ ਗੰਧਰਵ ਨਗੀ ਹੈਗੀ, ਮਾਇਆ ਜਾਲ ਹੈਗਾ। ਕਹਿੰਦੇ ਜੇ ਉਹ ਸੱਚ ਮਾਲਕ ਪਰਮਾਤਮਾ ਦੇ ਨਾਲ ਇਸ ਰਾਗ ਦੀ ਸਹਾਇਤਾ ਦੇ ਨਾਲ ਕੋਈ ਜਿਹੜੀ ਹੈ ਬ੍ਰਹਮ ਗਿਆਨ ਜਿਹੜਾ ਹੈਗਾ ਉਹਨੂੰ ਗਾਇਆ ਜਾਏ, ਉਹਨੂੰ ਵਿਚਾਰਿਆ ਜਾਏ, ਅਤੇ ਉਸ ਬ੍ਰਹਮ ਗਿਆਨ ਦੇ ਨਾਲ ਕਿਸੇ ਦੇ ਕੋਈ ਅਭਿਆਸੀ ਜਾਂ ਕੋਈ ਜਿਹੜਾ ਸਰੋਤਾ ਕਹਿ ਲਓ, ਕਿਸੇ ਸਰੋਤਾ ਦੇ ਜਿਹੜੇ ਹੈਗੇ ਆ ਉਹਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੀ ਵੱਲ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਏ, ਮਾਲਕ ਨੂੰ ਮਿਲਣ ਦੀ ਇੱਛਾ ਪੈਦਾ ਹੋ ਜਾਏ, ਉਹਦੇ ਅੰਦਰ ਲਿਵ ਵਾਲੇ ਰਸਤੇ 'ਤੇ ਚੱਲਣ ਦੀ ਜਿਹੜੀ ਹੈਗੀ ਤਾਂਘ ਪੈਦਾ ਹੋ ਜਾਏ ਉਹਦੇ ਅੰਦਰ। ਕਹਿੰਦੇ ਤਾਂ ਇਹ ਜਿਹੜਾ ਹੈਗਾ ਰਾਗਾਂ ਵਿੱਚ ਸ੍ਰੀ ਰਾਗ ਦਾ ਫਾਇਦਾ ਹੈਗਾ ਆਪਾਂ ਨੂੰ। ਤਾਂ ਇਹ ਸ੍ਰੀ ਰਾਗ ਦਾ ਫਾਇਦਾ ਹੈ, ਨਹੀਂ ਤਾਂ ਭਾਈ ਕਿਸੇ ਰਾਗ ਦਾ ਕੋਈ ਫਾਇਦਾ ਹੀ ਨਹੀਂ ਹੈ। ਕੀ ਫਾਇਦਾ ਉਹਦਾ? ਜੇ ਕਿਸੇ ਰਾਜੇ ਮਹਾਰਾਜ ਦੇ ਵਾਸਤੇ ਰਾਗ ਗਾਈ ਜਾਓ ਜਾਂ ਉਹ ਕੋਈ ਜਿਹੜਾ ਹੈਗਾ ਦੁਨੀਆ ਦੇ ਜਿਹੜੇ ਹੈਗੇ ਗੀਤ ਗਾਣੇ ਜਿਹੜੇ ਹੈਗੇ ਰਾਗਾਂ ਦੇ ਵਿੱਚ ਗਾ ਲਓ, ਉਸ ਟਾਈਮ ਰਾਗ ਤਾਂ ਠੀਕ ਹੈ, ਰਾਗ ਮਨ ਨੂੰ ਜਿਹੜਾ ਦ੍ਰਵਿਤ ਕਰ ਦੇਗਾ, ਮਨ ਨੂੰ ਥੋੜ੍ਹਾ ਜਿਹਾ ਮੋਹਿਤ ਕਰ ਦੇਗਾ। ਦ੍ਰਵਿਤ ਕੀ ਕਰਨਾ, ਮੋਹਿਤ ਕਰ ਦੇਗਾ, ਪਰ ਬਾਅਦ ਵਿੱਚ ਖਤਮ ਆ। ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਖਤਮ ਆ। ਜੇ ਉਹਦਾ ਫਾਇਦਾ ਕੀ ਹੋਇਆ ਉਸ ਚੀਜ਼ ਦਾ? ਸੁਣ ਕੇ ਵਾਪਸ ਆਪਾਂ ਉਸੇ ਜਗ੍ਹਾ 'ਤੇ ਵਾਪਸ ਜਿੱਥੇ ਸੀਗੇ ਉੱਥੇ ਹੀ ਚਲੇ ਜਾਂਦੇ ਹਾਂ ਵਾਪਸ। ਉਹਦਾ ਪਰਪਸ ਕੀ ਹੈਗਾ? ਖਾਲੀ ਇੰਟਰਟੇਨਮੈਂਟ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਸ਼ਚਲ ਮਤ ਅਪਾਰ। ਆਹ ਨਿਸ਼ਚਲ ਮਤ ਆ ਜਾਏ, ਆਹ ਬ੍ਰਹਮ ਗਿਆਨ ਉਹਦੇ ਅੰਦਰ ਵਸ ਜਾਏ, ਧਸ ਜਾਏ, ਔਰ ਉਹਦੇ ਮਨ ਦੇ ਵਿੱਚ ਉਹ ਸੱਚ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਵਸ ਜਾਏ। ਬਈ ਮੈਂ ਕੌਣ ਆ? ਆਹ ਸੰਸਾਰ ਬਣਾਉਣ ਵਾਲਾ ਕੌਣ ਆ? ਇਹਦੇ ਪਿੱਛੇ ਕੌਣ ਆ? ਉਹਦੇ ਨਾਲ ਆਹ ਮੱਤ ਉਹਦੇ ਅੰਦਰ ਆ ਜਾਏ। ਕਹਿੰਦੇ ਬਸ ਆਇਆ ਸ੍ਰੀ ਰਾਗ। ਕਹਿੰਦੇ ਤਾਂ ਸ੍ਰੀ ਰਾਗ ਆ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਇਸ ਰਾਗ ਦੀ ਰਾਹੀਂ ਜੇ ਕਿਤੇ ਜਿਹੜਾ ਹੈਗਾ ਗੁਰੂ ਦੇ ਸ਼ਬਦ ਦੇ ਵਿੱਚੋਂ ਵਿਚਾਰ ਮਿਲ ਗਈ, ਜੋ ਗੁਰੂ ਕਹਿਣਾ ਚਾਹੁੰਦੇ ਆ, ਜੋ ਬ੍ਰਹਮ ਗਿਆਨੀ ਕਹਿਣਾ ਚਾਹੁੰਦੇ ਆ, ਜੇ ਕਿਤੇ ਉਹ ਬ੍ਰਹਮ ਮਤ ਵਿਵੇਕ ਬੁੱਧੀ ਜਿਹੜੀ ਆਪਣੇ ਅੰਦਰ ਵਸ ਗਈ, ਇਹ ਰਤਨ ਅਮੋਲਕ ਬਹੁਤ ਕੀਮਤੀ ਹੈਗਾ ਭਾਈ ਵਿਵੇਕ ਬੁੱਧੀ। ਇਸੇ ਦੇ ਨਾਲ ਜਿਹੜਾ ਹੈਗਾ ਸਾਰਾ ਪਰਿਵਰਤਨ ਆਉਣਾ ਹੈ। ਆਮ ਆਦਮੀ, ਆਮ ਜਿਹੜਾ ਦੁਨੀਆਦਾਰ ਦੁਨੀਆ ਦੇ ਵਿੱਚ ਖੁੱਭਿਆ ਹੋਇਆ ਆ, ਉਹਦੇ ਅੰਦਰ ਚੋਟ ਲੱਗੇਗੀ ਤੇ
ਬ੍ਰਹਮ ਬੋਲ ਜਾਂ ਵਿਵੇਕ ਬੁੱਧੀ ਜਾਂ ਗੁਰੂ ਦੀ ਮੱਤ, ਇਹਦੇ ਨਾਲ ਹੀ ਚੋਟ ਲੱਗਣੀ ਆ। ਇਹ ਅਮੋਲਕ ਆ, ਅਮੋਲਕ ਦਾਤ ਆ, ਅਮੋਲਕ ਰਤਨ, ਬਹੁਤ ਬੇਸ਼ਕੀਮਤੀ ਰਤਨ ਹੈਗਾ ਇਹ ਜਿਹੜਾ ਵਿਵੇਕ ਬੁੱਧੀ ਬ੍ਰਹਮ ਗਿਆਨ। ਇਹਦੇ ਨਾਲ ਕੀ ਹੋਏਗਾ? ਜਿਹਵਾ ਸੱਚੀ, ਮਨ ਸੱਚਾ, ਸੱਚਾ ਸਰੀਰ ਆਕਾਰ। ਕਹਿੰਦੇ ਜੀਭ ਵੀ ਸੱਚੀ ਹੋ ਜਾਏਗੀ, ਮਨ ਵੀ ਸੱਚਾ ਹੋ ਜਾਏਗਾ, ਔਰ ਸਾਰਾ ਸਰੀਰ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਹੀ ਸੱਚੀਆਂ ਹੋ ਜਾਣਗੀਆਂ ਜਦੋਂ ਇਨਸਾਨ ਜਿਹੜਾ ਵਿਵੇਕ ਬੁੱਧੀ ਨੂੰ ਵਰਤਣਾ ਸ਼ੁਰੂ ਕਰੇਗਾ। ਇੱਥੋਂ ਜਿਹੜਾ ਹੈਗਾ ਗੇਮ ਚੇਂਜ ਹੁੰਦੀ ਹੈ, ਗੇਮ ਚੇਂਜਰ ਹੈਗਾ ਭਾਈ ਇਹ ਵਿਵੇਕ ਬੁੱਧੀ। ਨਾਨਕ ਸੱਚਾ ਸਤਿਗੁਰੇ ਸੇਵੈ, ਸਦਾ ਸੱਚ ਵਪਾਰ। ਔਰ ਸੱਚਾ ਸਤਿਗੁਰੂ ਜਿਹੜੇ ਹੈਗੇ ਆ, ਬ੍ਰਹਮ ਗਿਆਨੀ ਜਿਹੜੇ ਹੈਗੇ ਆ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਉਹਨਾਂ ਦੀ ਸੇਵਾ, ਉਹਨਾਂ ਦੇ ਅਨੁਸਾਰ ਚੱਲਣਾ, ਇਹੀ ਉਹਨਾਂ ਦੀ ਸੇਵਾ ਹੈਗੀ। ਔਰ ਫਿਰ ਕੀ ਹੋਏਗਾ? ਉਹਨਾਂ ਦੇ ਅਨੁਸਾਰ ਚੱਲਣਾ ਕੀ ਹੈਗਾ? ਸੱਚ ਦਾ ਵਪਾਰ ਕਰਨਾ। ਸੱਚ ਕੀ ਹੈਗਾ? ਪਰਮਾਤਮਾ। ਉਹਦਾ ਵਪਾਰ ਕੀ ਹੈਗਾ? ਆਸਵਾਸ ਮਿਲੇ ਆਪਾਂ ਨੂੰ ਅਤੇ ਮਾਲਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰੀਏ, ਆਪਾਂ ਆਤਮਾ ਦੇ ਨੇੜੇ ਹੋਈਏ, ਉਹਦਾ ਧਿਆਨ ਸਿਮਰਨ ਕਰੀਏ, ਉਹ ਸੁੰਨ ਦੇ ਵਿੱਚ ਬੈਠੀਏ। ਆਹ ਹੈਗਾ ਸੱਚ ਦਾ ਵਪਾਰ। ਹਾਂਜੀ ਗੁਰਕਿ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਪਹਿਲੀ ਤੁਕ ਦੇ ਵਿੱਚ ਉਹਨਾਂ ਨੇ ਸਮਝਾਇਆ ਕਿ ਜਿਹੜਾ ਸਰੀਰ ਰਾਗ ਹੈ ਨਾ, ਉਹ ਮਤਲਬ ਸੰਗੀਤ ਦੀ, ਮਤਲਬ ਜੋ ਕੋਈ ਸੰਗੀਤ ਹੈ ਨਾ, ਰਾਗ ਹੁੰਦੇ ਨੇ, ਰਾਗ ਤੇ ਰਾਗਣੀਆਂ, ਤੇ ਇਹਦਾ ਇਸਤੇਮਾਲ ਕਰਦੇ ਰਹੇ ਨੇ ਸੰਗੀਤ ਵਾਲੇ ਆਪਣੇ ਵੱਲ ਲੋਕਾਂ ਨੂੰ ਖਿੱਚਣ ਦੇ ਲਈ। ਕਿਉਂਕਿ ਸਾਡੇ ਜਿਹੜੇ ਕੰਨ ਆ ਨਾ, ਇਹ ਰਸ ਲੈਂਦੇ ਨੇ ਆਪਣੀ ਜੋ ਗੱਲਬਾਤ ਹੈ, ਜੋ ਸਾਡੇ ਵਿਚਾਰ ਸਾਂਝੇ ਕਰਨ ਦਾ ਤਰੀਕਾ ਹੈ, ਉਹ ਕੇਵਲ ਕੰਨ ਨੇ। ਮਨੁੱਖ ਕੋ ਭਾਸ਼ਾ ਹੈਗੀ ਹੈ, ਭਾਸ਼ਾ ਦੇ ਰਾਹੀਂ ਅਸੀਂ ਕਿਸੇ ਨੂੰ ਕੁਝ ਸਿਖਾ ਸਕਦੇ ਹਾਂ, ਕਿਸੇ ਇਨਸਾਨ ਨੂੰ ਚੰਗੇ ਰਸਤੇ ਤੇ ਵੀ ਲਾ ਸਕਦੇ ਹਾਂ। ਨਿਜਰ ਸਾਹਿਬ ਇਹ ਸੱਚ ਹੈ। ਬਿਲਕੁਲ ਬਿਲਕੁਲ। ਕੋਈ ਬੰਦਾ ਗਲਤ ਰਸਤੇ ਜਾ ਰਿਹਾ ਹੈ ਤੇ ਆਪਾਂ ਉਹਨੂੰ ਭਾਸ਼ਾ ਦੇ ਰਾਹੀਂ ਏਦਾਂ ਦੀਆਂ ਉਦਾਹਰਨਾਂ ਦੇ ਕੇ ਉਹਦੇ ਹਿਰਦੇ ਨੂੰ ਪਰਿਵਰਤਨ ਕਰ ਸਕਦੇ। ਬਹੁਤ ਪਾਵਰਫੁਲ ਚੀਜ਼ ਹੈ। ਕਾਉਂਸਲਿੰਗ ਕਹਿ ਸਕਦੇ ਹਾਂ ਆਪਾਂ। ਕਿਸੇ ਬੰਦੇ ਦੇ ਮਨ ਨੂੰ ਬਦਲਣਾ ਹੈ, ਉਹ ਜਾ ਕਿਸੇ ਹੋਰ ਰਸਤੇ ਰਿਹਾ ਹੈ, ਸਾਨੂੰ ਪਤਾ ਹੈ ਉਹਦਾ ਰਸਤਾ ਸਹੀ ਨਹੀਂ, ਅਸੀਂ ਭਾਸ਼ਾ ਦੇ ਨਾਲ ਉਹਨੂੰ ਸਮਝਾਉਂਦੇ ਹਾਂ ਕਿ ਜਿਹੜੇ ਰਸਤੇ ਤੂੰ ਜਾ ਰਿਹਾ, ਇਹ ਰਸਤਾ ਏਡਾ ਵਧੀਆ ਨਹੀਂ ਆ, ਤੂੰ ਇਹਨੂੰ ਆ ਜਾਏਗਾ ਤੇ ਤੈਨੂੰ ਇਹਦਾ ਫਾਇਦਾ ਵਾ, ਪਰ ਜਿਸ ਰਸਤੇ ਤੂੰ ਜਾ ਰਿਹਾ ਵਾ, ਇੱਥੇ ਤੈਨੂੰ ਕੀ ਨੁਕਸਾਨ ਹੋ ਸਕਦਾ ਹੈ। ਇਹ ਭਾਸ਼ਾ ਦੇ ਰਾਹੀਂ ਆਪਾਂ ਦੱਸ ਸਕਦੇ ਹਾਂ। ਠੀਕ ਹੈ ਜੀ, ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ। ਦੇਖੋ, ਇਹ ਜਿਹੜੇ ਸੰਤ ਹੋਏ ਨੇ, ਗੁਰੂ ਹੋਏ ਨੇ, ਇਹਨਾਂ ਨੇ ਸੰਗੀਤ ਨੂੰ ਧਰਮ ਪ੍ਰਚਾਰ ਦੇ ਵਿੱਚ ਬਹੁਤ ਇਸਤੇਮਾਲ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਇਸ ਚੀਜ਼ ਨੂੰ ਸ਼ੁਰੂ ਕੀਤਾ ਸੀ। ਬਾਲਾ ਤੇ ਮਰਦਾਨਾ ਜਦੋਂ ਨਾਲ ਸਨ ਤੇ ਕਹਿੰਦੇ ਸਨ ਕਿ ਰਬਾਬ ਛੇੜੋ, ਬਾਣੀ ਆਈ ਹੈ। ਔਰ ਉਸ ਬਾਣੀ ਦਾ ਫਿਰ ਇਹਨਾਂ ਨੇ ਇਲਹਾਮ ਕੀਤਾ, ਫਿਰ ਉਹਨਾਂ ਨੇ ਉਚਾਰਨ ਕੀਤਾ, ਸਾਨੂੰ ਸਮਝਾਇਆ, ਸਾਡੇ ਭਰਮਾਂ ਨੂੰ, ਅਗਿਆਨ ਨੂੰ, ਵਹਿਮਾਂ ਨੂੰ ਦੂਰ ਕੀਤਾ। ਫਿਰ ਉਹਨਾਂ ਨੇ ਇੱਕ ਤੁਕ ਕਹਿੰਦੇ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੇਖੋ, ਉਹ ਕਹਿੰਦੇ ਕੋਈ ਕੌਣ ਭਲੇ ਨੇ ਤੇ ਕੌਣ ਮੰਦੇ ਨੇ, ਕਿਉਂਕਿ ਇੱਕ ਹੀ ਨੂਰ ਹੈ ਪਰਮਾਤਮਾ, ਜਿੱਥੋਂ ਸਾਰਾ ਜਗਤ ਉਪਜਿਆ। ਪਰਮਾਤਮਾ ਰੂਪੀ ਜਿਹੜਾ ਸੂਰਜ ਆ, ਉਹਦੀਆਂ ਕਿਰਨਾਂ ਹੈ ਸਾਰਾ ਸੰਸਾਰ। ਤੁਸੀਂ ਵੀ ਛੋਟੀ ਜਿਹੀ ਕਿਰਨ ਤੇ ਮੈਂ ਵੀ ਛੋਟੀ ਜਿਹੀ ਕਿਰਨ। ਠੀਕ ਹੈ ਜੀ, ਬਿਲਕੁਲ। ਹੁਣ ਕਹਿੰਦੇ ਕਿ ਜਿਹੜਾ ਰਾਗ ਹੈ, ਸ਼੍ਰੀ ਰਾਗ ਆ, ਇਹ ਕਹਿੰਦੇ ਆ ਕਿ ਜੇਕਰ ਤੁਸੀਂ ਇਹਦੇ ਵਿੱਚ ਸੱਚ ਲੈ ਕੇ ਆਓ, ਗਾਓ, ਪਰ ਇਹਦੇ ਵਿੱਚ ਜੇਕਰ ਤੁਸੀਂ ਸੱਚ ਦੀ ਉਸਤਤ ਕਰੋ, ਸੱਚ ਦੇ ਬਾਰੇ ਕੋਈ ਗੱਲ ਕਰੋ, ਤਾਂ ਇਹਦੀ ਮਹਾਨਤਾ ਬਹੁਤ ਵੱਧ ਜਾਂਦੀ ਹੈ। ਜਦੋਂ ਦੇਖੋ, ਆਪਾਂ ਭਾਵੇਂ ਥੋੜੇ ਜਿਹੇ ਬੰਦੇ ਆ, ਆਹ ਲਾ ਲਓ 89 ਬੰਦੇ ਆ ਆਪਾਂ ਟੋਟਲ। ਠੀਕ ਹੈ, ਆਪਾਂ ਹਰ ਦਿਨ ਉਸ ਪਰਮਾਤਮਾ ਦੀ ਉਸਤਤ ਕਰਦੇ ਹਾਂ, ਉਹਦੀਆਂ ਤਾਰੀਫਾਂ ਕਰਦੇ ਹਾਂ, ਉਹਨੂੰ ਜੋ ਵੀ ਆ ਸਾਡੇ ਕੋਲ ਪੱਲੇ ਜਿੰਨਾ ਕੁ ਹੈਗਾ ਅਸੀਂ ਉਹਦੇ ਗੁਣ ਗਾਉਂਦੇ ਹਾਂ। ਔਰ ਪਰਮਾਤਮਾ ਇਸ ਚੀਜ਼ ਤੇ ਬਹੁਤ ਖੁਸ਼ ਹੁੰਦਾ ਹੈ। ਇਹ ਸੱਚੀ ਗੱਲ ਹੈ, ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਜੇਕਰ ਆਪ ਜੀ ਸੁਣਨ ਆਉਂਦੇ ਜੋ ਤੇ ਬਹੁਤ ਵੱਡੀ ਗੱਲ ਹੈ। ਔਰ ਪਰਮਾਤਮਾ ਸਪੈਸ਼ਲੀ ਖਾਸ ਕਰਕੇ ਸੰਗਤ ਦੇ ਵਿੱਚ ਉਹ ਵਸਦਾ ਹੈ ਬਹੁਤ ਵੱਡੇ ਲੈਵਲ। ਇਹ ਹੋਰ ਪਰਮਾਤਮਾ ਨੂੰ ਜਾਣਨ ਦਾ ਕੋਈ ਵੀ ਤਰੀਕਾ ਨਹੀਂ,
कोई दुनिया का बंदा डायरेक्ट परमात्मा को नहीं जा सकता, जहां तक बंदा बहुत ज्यादा पर वो थोड़ा डिफिकल्ट है, क्योंकि ਤੁਸੀਂ 2-4 ਦਿਨ ਜਾਓਗੇ, ਮਹੀਨਾ ਜਾਓਗੇ, 2 ਮਹੀਨੇ, ਸਾਲ, 2 ਸਾਲ, 4 ਸਾਲ, 5 ਸਾਲ, 7 ਸਾਲ ਹਾਰ ਕੇ ਇੱਕ ਸਮਾਂ ਹੁੰਦਾ ਹੈ, ਉਹ ਬੰਦੇ ਦੇ ਮਨ 'ਚ ਇੱਕ ਸਵਾਲ ਆ ਜਾਂਦਾ ਕਿ ਤਾਂ ਰਸਤਾ ਗਲਤ ਨਾ ਹੋਵੇ। ਨਿੱਜਾ ਸਾਹਿਬ ਬਿਲਕੁਲ, ਕਿਉਂਕਿ ਉਹ ਕਾਈਂਡ ਆਫ ਐਕਸਪੈਰੀਮੈਂਟਲ ਚੀਜ਼ ਹੋ ਜਾਂਦੀ ਹੈ। ਤੇ ਜਦੋਂ ਆਪਾਂ ਸੰਗਤ 'ਚ ਬਹਿੰਦੇ ਹਾਂ, ਬ੍ਰਹਮ ਗਿਆਨੀ ਦੀ ਗੱਲਾਂ ਸੁਣਦੇ ਹਾਂ, ਤੇ ਫਿਰ ਕੀ ਹੁੰਦਾ ਕਿ ਸਾਨੂੰ ਸ਼ਬਦ ਪ੍ਰਮਾਣ ਮਿਲਦਾ। ਬਿਲਕੁਲ ਸਹੀ ਹੈ ਜੀ। ਸ਼ਬਦਾਂ ਦੇ ਰਾਹੀਂ ਉਹ ਸਾਨੂੰ ਸਮਝਾਉਂਦੇ ਨੇ ਕਿ ਤੁਹਾਡਾ ਰਸਤਾ ਸਹੀ ਹੈ ਜਾਂ ਗਲਤ ਹੈ। ਉਹ ਬਾਕੀ ਮੰਨਣਾ ਨਹੀਂ ਮੰਨਣਾ ਉਹ ਸਾਡੇ ਤੇ ਨਿਰਭਰ ਕਰਦਾ। ਦੇਖੋ ਪਤਾ ਸਟੀਅਰਿੰਗ ਤੇ ਆਪਾਂ ਬੈਠੇ ਹਾਂ, ਹੁਣ ਕੋਈ ਬੰਦਾ ਸਾਨੂੰ ਕਹਿ ਦਿੰਦਾ ਵੀ ਚਰਨਜੀਤ ਐਸ ਰਸਤੇ ਤੇ ਨਾ ਜਾਵੀਂ, ਰੋਡ ਵਧੀਆ ਨਹੀਂ ਹੈ, ਉੱਥੇ ਟ੍ਰੈਫਿਕ ਹੈ, ਤੂੰ ਘੋੜਿਆ ਐਸ ਰਸਤੇ ਤੇ ਨਹੀਂ ਚੱਲ ਜਾ। ਹੁਣ ਉਹਨੇ ਮੇਰਾ ਸਟੀਅਰਿੰਗ ਨਹੀਂ ਚੇਂਜ ਕਰਨਾ, ਕਿਉਂਕਿ ਉਹ ਤੇ ਲੰਘ ਗਿਆ, ਪਿੱਛੇ ਚਲਾ ਗਿਆ, ਉਹ ਮੈਂ ਅੱਗੇ ਜਾ ਰਿਹਾ। ਹੁਣ ਮੇਰਾ ਡਿਸੀਜਨ ਹੈ ਮੈਂ ਮੋੜਨੀ ਹੈ ਗੱਡੀ ਕਿ ਨਹੀਂ ਮੋੜਨੀ। ਇਸੇ ਹੀ ਤਰ੍ਹਾਂ ਇਹ ਬ੍ਰਹਮ ਗਿਆਨੀ ਕੀ ਕਰਦੇ, ਸਾਡੀ ਕਾਉਂਸਲਿੰਗ ਕਰਦੇ ਆ, ਸਾਨੂੰ ਸਮਝਾਉਂਦੇ। ਹੋਰ ਕੋਈ ਤਰੀਕਾ ਹੀ ਨਹੀਂ ਸਮਝਾਉਣ ਦਾ ਇਹਨਾਂ ਕੋਲ, ਇੱਕ ਸ਼ਬਦ ਹੀ ਆ। ਉਹਨਾਂ ਦੇ ਸ਼ਬਦ ਅੱਜ ਤੱਕ ਸਾਨੂੰ ਗਾਈਡ ਕਰਦੇ ਆ, ਰਹਿੰਦੀ ਦੁਨੀਆ ਤੱਕ ਗਾਈਡ ਕਰਦੇ ਜਾਣਗੇ ਕਿ ਤੁਸੀਂ ਕਿਸ ਤਰੀਕੇ ਨਾਲ ਗੱਡੀ ਚਲਾਉਣੀ ਹੈ। ਤੇ ਜੇ ਉਹਨਾਂ ਦਾ ਕਹਿਣਾ ਮੰਨਾਂਗੇ, ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਹਾਂਜੀ ਨਿੱਜਾ ਸਾਹਿਬ ਵਿੱਚ ਫੋਨ ਆ ਗਿਆ ਜੀ। ਹਾਂਜੀ ਹਾਂਜੀ, ਆਪ ਤੋਂ ਬੋਲੋ ਜਰਾ। ਕਹਿੰਦੇ ਰਾਗ ਜਿਹੜਾ ਵਾ ਸ੍ਰੀ ਰਾਗ ਉੱਤੇ ਜੇ ਸੱਚ ਰੱਖਿਆ ਜਾਵੇ ਤੇ ਸੱਚ ਦਾ ਮਤਲਬ ਹੈ ਕਿ ਪ੍ਰਮਾਤਮਾ ਦੇ ਨਾਲ ਜੁੜਨ ਦੇ ਲਈ ਕੋਈ ਗੱਲਬਾਤ ਕੀਤੀ ਜਾਵੇ ਤੇ ਫਿਰ ਬਹੁਤ ਵਧੀਆ। ਹਾਂਜੀ ਅਗਲੀ ਤੋਂ ਬੋਲੋ ਜੀ। ਸਦਾ ਹਰ ਸੱਚ ਮਨੇ ਵਸੈ, ਨਿਹਚਲ ਮਤ ਅਪਾਰ। ਜੇ ਕਿਤੇ ਪਰਮਾਤਮਾ ਦੀ ਗੱਲ ਸੁਣੀ ਜਾਏ, ਬੋਲੀ ਜਾਏ ਸ੍ਰੀ ਰਾਗ ਦੇ ਨਾਲ, ਤੇ ਪਿਆਰ ਪੈ ਜਾਏ ਸੱਚ ਦੇ ਨਾਲ, ਔਰ ਪਿਆਰ ਪੱਕਾ ਪੈ ਜਾਏ, ਅੰਦਰ ਹਿਰਦੇ 'ਚ ਵਸ ਜਾਏ ਉਹ ਪਿਆਰ, ਤਾਂ ਜਿਹੜਾ ਹੈਗਾ ਕਹਿੰਦੇ ਉਹ ਮਤ ਨਿਹਚਲ ਹੈ ਭਾਈ, ਉਹ ਬੰਦੇ ਨੂੰ ਨਿਹਚਲ ਕਰ ਦੇਗੀ, ਉਹ ਬੰਦਾ ਵੀ ਨਿਹਚਲ ਹੋ ਜਾਏਗਾ। ਇਹ ਮਾਇਆ ਚੱਲ ਤੋਂ ਉੱਪਰ ਉੱਠ ਜਾਏਗਾ, ਤਰਨ ਲੱਗ ਜਾਏਗਾ। ਔਰ ਇਹ ਵਿਚਾਰ, ਇਹ ਮੱਤ ਜਿਹੜੀ ਮਿਲਦੀ ਕਿੱਥੋਂ ਆ? ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਕਹਿੰਦੇ ਗੁਰੂ ਦੇ ਸ਼ਬਦ ਵਿਚਾਰਨ ਦੇ ਨਾਲ, ਜਿਹੜੇ ਗੁਰੂ ਦੀ ਮੱਤ ਦੇ ਨਾਲ ਜਿਹੜੀ ਹੈਗੀ, ਇਹ ਜਿਹੜੀ ਬ੍ਰਹਮ ਗਿਆਨ ਦੇ ਨਾਲ ਇਹ ਮੱਤ ਮਿਲਦੀ ਆ। ਹਾਂਜੀ ਵੀਰ ਜੀ। ਹਾਂਜੀ ਫਿਰ ਕਹਿੰਦੇ ਨੇ ਸਦਾ ਹਰ ਸੱਚ ਮਨ ਵਸੇ, ਨਿਹਚਲ ਮਤ ਅਪਾਰ। ਦੇਖੋ ਨੇਚਰ ਦਾ ਮਤਲਬ ਹੁੰਦਾ ਅਡੋਲ ਅਵਸਥਾ, ਨਾ ਹਿੱਲਣ ਵਾਲੀ ਅਵਸਥਾ। ਨਿਹਚਲ ਜਿਹੜਾ ਚੱਲਦਾ ਨਹੀਂ ਪਿਆ। ਤੇ ਜਦੋਂ ਸੱਚ ਸਾਡੇ ਮਨ 'ਚ ਵਸ ਜਾਂਦਾ ਫਿਰ ਕੀ ਹੁੰਦਾ ਹੈ? ਫਿਰ ਸਾਡੇ ਅੰਦਰ ਜਿਹੜੀ ਭਟਕਣਾ ਹੈ ਉਹ ਖਤਮ ਹੋ ਜਾਂਦੀ ਹੈ। ਇਹ ਗਰੰਟੀ ਹੈ ਜੀ, ਤੁਹਾਡੀ ਭਟਕਣਾ ਖਤਮ ਹੋ ਜਾਏਗੀ। ਜਿਹੜਾ ਸੰਸਾਰ ਤੁਹਾਨੂੰ ਪਰੇਸ਼ਾਨ ਕਰਦਾ ਸੀ, ਦੁਖੀ ਕਰਦਾ ਰਹਿੰਦਾ ਸੀ, ਛੋਟੀ ਛੋਟੀ ਤਰੰਗਾਂ ਆਉਂਦੀਆਂ ਸਨ, ਤੁਹਾਡੇ ਅੰਦਰ ਕੰਪਨ ਪੈਦਾ ਕਰ ਦਿੰਦੀਆਂ ਸਨ, ਫਿਰ ਉਹਨਾਂ ਦਾ ਅਸਰ ਰਹਿੰਦਾ ਸੀ। ਪਤਾ ਨਹੀਂ ਕਿੰਨੇ ਦਿਨ ਤੁਸੀਂ ਪਰੇਸ਼ਾਨ ਹੁੰਦੇ ਰਹਿੰਦੇ ਸੀ, ਰਿਵਾਈਂਡ ਕਰ ਕਰਕੇ ਉਸੇ ਚੀਜ਼ ਨੂੰ ਸੁਣਦੇ ਰਹਿੰਦੇ ਸੀ ਆਪਣੇ ਮਨ ਦੇ ਅੰਦਰ। ਜਦੋਂ ਆਪਣੇ ਧਿਆਨ ਸਿਮਰਨ ਕੀਤਾ, ਭਗਤੀ ਕੀਤੀ, ਤੇ ਤੁਹਾਨੂੰ ਹਿਲਾਉਣਾ ਬਹੁਤ ਮੁਸ਼ਕਲ ਹੈ। ਕਿਉਂਕਿ ਤੁਸੀਂ ਨਿਹਚਲ ਹੋ ਚੁੱਕੇ ਜੋ। ਹੁਣ ਤੁਹਾਡੇ ਅੰਦਰ ਗਤੀ ਕਰਨੀ ਬਹੁਤ ਮੁਸ਼ਕਲ ਹੈ। ਕਿਉਂਕਿ ਤੁਸੀਂ ਉਹ ਜਿਹੜਾ ਚੱਕੀ ਦਾ ਧੁਰਾ ਨਹੀਂ ਹੁੰਦਾ ਸੈਂਟਰ ਵਾਲਾ, ਜਿਹੜਾ ਘੜੀ ਦੀਆਂ ਸੂਈਆਂ ਹੀ ਘੁੰਮਦੀਆਂ ਵਾ, ਘੜੀ ਦਾ ਜਿਹੜਾ ਸੈਂਟਰ ਹੈ ਉਹ ਨਹੀਂ ਘੁੰਮਦਾ, ਉੱਥੇ ਸਥਿਰ ਹੈਗਾ। ਉਹ ਮੂਵਮੈਂਟਲੈਸ ਇੱਕ ਚੀਜ਼ ਹੈਗੀ, ਉਹਦੇ ਦੁਆਲੇ ਚੀਜ਼ ਘੁੰਮਦੀ ਹੈ। ਔਰ ਜਦੋਂ ਸਾਡੀ ਸੁਰਤੀ ਆਤਮਕ ਤੱਤ 'ਚ ਚੱਲ ਜਾਂਦੀ ਆ, ਤੇ ਫਿਰ ਸਰੀਰ ਸਾਡਾ ਭਾਵੇਂ ਹਿੱਲੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਪਰ ਜਿਹੜਾ ਸਾਡੇ ਅੰਦਰ ਆ ਨਿਹਚਲ ਅਵਸਥਾ ਹੈ, ਉਹ ਸਥਿਰ ਅਵਸਥਾ ਸਾਨੂੰ ਮਿਲ ਜਾਂਦੀ ਹੈ। ਤੇ ਫਿਰ ਕਹਿੰਦੇ ਆ ਨਿਹਚਲ ਮਿਲਣ ਤੋਂ ਬਾਅਦ ਕੀ ਹੋਊਗਾ? ਮਤ ਅਪਾਰ। ਠੀਕ ਹੈ ਜੀ। ਰਤਨ ਸ਼ਬਦ ਅਮੋਲਕ ਪਾਇਆ। ਕਹਿੰਦੇ ਇਹ ਜਿਹੜੀ ਮੱਤ ਹੈਗੀ ਇਹ ਰਤਨ ਆ ਭਾਈ, ਬਹੁਤ ਬੇਸ਼ਕੀਮਤੀ ਹੈ। ਵਿਵੇਕ ਬੁੱਧੀ ਕਹਿੰਦੇ ਆ, ਇਹ ਗੁਰੂ ਦਾ ਸ਼ਬਦ ਦਾ ਵਿਚਾਰ ਬਹੁਤ ਵਿਵੇਕ ਬੁੱਧੀ ਹੈ। ਵਿਵੇਕ ਹੈ ਬਹੁਤ, ਬ੍ਰਹਮ ਵਿਵੇਕ ਪੂਰਾ ਜਿਹੜਾ ਹੈਗਾ, ਕਹਿ ਲਓਗੇ ਇਹ ਜਿਹੜੀ ਹੈਗੀ ਆ ਸ੍ਰੇਸ਼ਟ ਬੁੱਧੀ ਹੈ। ਹਾਂਜੀ ਵੀਰ ਜੀ। ਹਾਂਜੀ ਹੁਣ ਦੇਖੋ ਪਤਾ ਕੀ ਹੁੰਦਾ, ਇਹ ਚੀਜ਼ ਨੂੰ ਆਪ ਸਮਝੋ। ਉਹ ਕਿਉਂ ਕਹਿ ਰਹੇ ਨੇ ਕਿ ਤੁਹਾਡੇ ਅੰਦਰ ਮੱਤ ਜਿਹੜੀ ਆ ਵਧੀਆ ਮੱਤ ਪੈਦਾ ਹੋ ਜੂਗੀ? ਆਪ ਨੋਟਿਸ ਕੀਤਾ ਚੀਜ਼ ਨੂੰ? ਪਹਿਲਾਂ ਕੋਈ ਨਹੀਂ ਕਹਤਾ ਮੱਤ ਤੁਹਾਡੀ ਪੈਦਾ ਹੋ ਜੂਗੀ।
ਉਹ ਕਹਿੰਦੇ ਜਦੋਂ ਤੁਹਾਡੇ ਅੰਦਰ ਨੇਚਲ ਅਵਸਥਾ ਪੈਦਾ ਹੋ ਗਈ ਨਾ ਤੇ ਤੁਹਾਡੇ ਅੰਦਰ ਵਿਵੇਕ ਪੈਦਾ ਹੋ ਜਾਣਾ। ਕਿਉਂ ਵਿਵੇਕ ਪੈਦਾ ਹੋ ਜਾਣਾ? ਪਹਿਲਾਂ ਕਿਉਂ ਨਹੀਂ ਵਿਵੇਕ ਪੈਦਾ ਸੀ? ਪਹਿਲਾਂ ਇਸ ਕਰਕੇ ਨਹੀਂ ਵਿਵੇਕ ਪੈਦਾ ਹੋ ਰਿਹਾ ਸੀ ਕਿ ਮਨ ਜਿਹੜਾ ਚੱਲ ਰਿਹਾ ਸੀ, ਗਤੀਹੀਨ ਗਤੀ ਕਰ ਰਿਹਾ ਸੀ, ਇਸ ਕਰਕੇ ਕਲੈਰਿਟੀ ਨਹੀਂ ਸੀ। ਗਤੀ ਜਿਹੜੀ ਹੈਗੀ ਆ ਉਹ ਪ੍ਰਕਿਰਤੀ ਕਰਾ ਰਹੀ ਸੀ। ਉਹਨੂੰ ਕਹਿ ਲਓ ਮਾਇਆ, ਉਹਨੂੰ ਕਹਿ ਲਓ ਧੋਖਾ, ਉਹਨੂੰ ਕਹਿ ਲਓ ਟਰੈਪ, ਉਹਨੂੰ ਕਹਿ ਲਓ ਮੈਚ ਜਿਹੜਾ ਪਰਮਾਤਮਾ ਨੇ ਪਾਇਆ ਹੋਇਆ। ਹਾਂਜੀ ਵੀਰ ਜੀ। ਹਾਂ, ਜਿੰਨਾ ਚਿਰ ਤੱਕ ਤੁਹਾਡੀ ਜਿਹੜੀ ਸੁਰਤੀ ਗਤੀ ਕਰ ਰਹੀ ਹੈ ਨਾ, ਦੇਖੋ ਉਹਨਾਂ ਚਿਰ ਤੱਕ ਤੁਸੀਂ ਸੰਸਾਰ ਦੇ ਵਿੱਚ ਦੁਖੀ ਹੋਵੋਗੇ, ਪਰੇਸ਼ਾਨ ਹੋਵੋਗੇ, ਤੇ ਤੁਹਾਡੀ ਜਿਹੜੀ ਬੁੱਧੀ ਆ ਉਹ ਸਮ ਨਹੀਂ ਜੋ ਹੋਣੀ, ਨਾ ਹੀ ਸਮ ਦ੍ਰਿਸ਼ਟੀ ਹੋਣੀ ਆ। ਸਮ ਦ੍ਰਿਸ਼ਟੀ, ਸਮ ਬੁੱਧੀ ਤੁਹਾਨੂੰ ਉਦੋਂ ਪ੍ਰਾਪਤ ਹੋਣੀ ਹੈ ਜਦੋਂ ਤੁਸੀਂ ਨੇਚਲ ਹੋ ਜਾਓਗੇ। ਨੇਚਲ ਦਾ ਮਤਲਬ ਗਤੀਹੀਨ। ਬਿਲਕੁਲ। ਔਰ ਗਤੀਹੀਨ ਦਾ ਮਤਲਬ ਕੀ ਹੈ? ਅੰਦਰ ਕੋਈ ਗੱਡੀ ਥੋੜੀ ਚੱਲਣ ਦੀ ਆ। ਤੁਹਾਡੇ ਵਿਚਾਰਾਂ ਦਾ ਰੁਕ ਜਾਣਾ ਹੀ ਨੇਚਲ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਹੈ। ਬਿਲਕੁਲ ਸਿੰਪਲ ਆ, ਕੋਈ ਹੋਰ ਰਾਕਟ ਸਾਇੰਸ ਨਹੀਂ ਆ। ਇੱਕ ਸਿੰਪਲ ਜੀ ਚੀਜ਼ ਆ, ਨੇਚਲ ਹੋ ਜਾਣਾ। ਤੁਹਾਡੇ ਅੰਦਰ ਜਿਹੜਾ ਲਗਾਤਾਰ ਵਿਚਾਰਾ ਚਿੰਤਨ ਚੱਲ ਰਿਹਾ ਸੀ ਨਾ, ਵਿਚਾਰਾਂ ਦਾ ਚਿੰਤਨ, ਉਹ ਪ੍ਰਵਾਹ ਨੇ ਬੰਦ ਹੋ ਜਾਣਾ, ਫਰੋਜਨ ਹੋ ਜਾਣਾ। ਹੁਣ ਉੱਚ ਮੂਵਮੈਂਟ ਨਹੀਂ ਹੁੰਦੀ, ਜਿੱਦਾਂ ਬਰਫ਼ ਨਹੀਂ ਜੰਮ ਜਾਂਦੀ ਤੇ ਬਰਫ਼ ਹੁੰਦੀ ਤੇ ਪਾਣੀ ਆ, ਨਾ ਉੱਚ ਵੱਧਦਾ ਹੈ ਕੁਝ ਤੇ ਨਾ ਨੀਚੇ ਸਭ ਕੁਝ ਘਟਦਾ ਹੈ। ਬਸ ਉਹ ਪਾਣੀ ਦਾ ਰੂਪ ਚੇਂਜ ਹੋ ਗਿਆ। ਔਰ ਜਦੋਂ ਤੁਸੀਂ ਫਰੋਜਨ ਹੋ ਗਏ ਅੰਦਰੋਂ, ਤੇ ਫਿਰ ਕੀ ਹੋ ਗਿਆ? ਤੁਹਾਡੇ ਅੰਦਰ ਵਿਵੇਕ ਬੁੱਧੀ ਪ੍ਰਗਟ ਹੋ ਜਾਏਗੀ। ਤੇ ਫਿਰ ਕੀ ਹੋਊਗਾ? ਜਦੋਂ ਵਿਵੇਕ ਬੁੱਧੀ ਪ੍ਰਗਟ ਹੋ ਗਈ ਤੇ ਕਹਿੰਦੇ ਸਦਾ ਵਸੇ ਸਦਾ ਹਰ ਸੱਚ ਮਨ ਵਸੇ, ਨਿਚਲ ਮਤ ਅਪਾਰ, ਰਤਨ ਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਤੇ ਇਹ ਵਿਚਾਰ ਕਿੱਥੋਂ ਮਿਲੇ ਸਾਨੂੰ? ਇਹ ਗੁਰੂਆਂ ਦੀ ਬਾਣੀ ਪੜ੍ਹੀ, ਇਹ ਗਿਆਨ ਕਿੱਥੋਂ ਮਿਲਿਆ? ਜਿਹੜੀ ਉਹਨਾਂ ਦੀ ਬਾਣੀ ਲਿਖੀ ਹੈ। ਦੇਖੋ ਉਹਨਾਂ ਦੀ ਬਾਣੀ ਜਦੋਂ ਆਪਾਂ ਵਿਚਾਰ ਕਰਦੇ ਨੇ, ਜੈਸਾ ਉਹੀ ਗੱਲ ਕਹਿ ਰਹੇ ਨਾ, ਬਿਲਕੁਲ ਇਹੀ ਕਹਿ ਰਹੇ। ਉਹ ਕਹਿ ਰਹੇ ਜੇ ਤੂੰ ਜਦ ਤੱਕ ਤੂੰ ਜਿਹੜਾ ਹੈਗਾ ਮਾਇਆ ਚੱਲ ਹੈਗੀ ਆ, ਜੇ ਤੂੰ ਇਹਦੇ ਨਾਲ ਹੀ ਗਤੀ ਕਰਦਾ ਰਹਿ ਗਿਆ ਤੇ ਤੇਰੀ ਜਿਹੜੇ ਕੰਨ ਵੀ ਤੈਨੇ ਸੁਣਨਾ ਨਹੀਂ ਕੰਨਾਂ ਨੇ, ਔਰ ਨਾ ਤੇਰੀ ਜੀਭ ਜਿਹੜੀ ਹੈਗੀ ਆ ਉਹਦੇ ਵਿੱਚ ਸੱਚ ਆਉਣਾ ਹੈ। ਦੋਨੋਂ ਤੇਰੇ ਜਿਹੜੇ ਹੈਗੇ ਆ ਅੰਨਾ ਬੋਲਾ ਹੀ ਰਹੇਗਾ। ਅੱਖਾਂ ਨੂੰ ਵੀ ਨਹੀਂ ਦਿਸਣਾ ਤੈਨੂੰ, ਤੇ ਮਾਇਆ ਧਾਰੀ ਆ ਅੰਨਾ ਬੋਲਾ, ਉਹੀ ਹਾਲਤ ਰਹਿਣੀ ਆ ਤੇਰੀ ਭਾਈ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਜਦੋਂ ਵੇਖੋ ਤੁਹਾਡੀ ਐਨਕ ਤੇ, ਜਿੱਦਾਂ ਆਪਾਂ ਗੱਡੀ ਚਲਾਉਂਦੇ ਆ, ਸੰਗਤ ਜੀ ਆਪਨੇ ਕਦੇ ਦੇਖਿਆ ਜਦੋਂ ਆਪ ਗੱਡੀ ਚਲਾਉਂਦੇ ਆ ਤੇ ਸਿਆਲ ਦੇ ਵਿੱਚ ਕਿੰਦਾ ਫੌਗ ਜੰਮ ਜਾਂਦੀ ਹੈ ਅਗਲੇ ਸ਼ੀਸ਼ੇ ਤੇ? ਬਿਲਕੁਲ ਜੰਮ ਜਾਂਦੀ ਹੈ। ਫਿਰ ਉਹਦੇ ਵਿੱਚ ਦੇਖੋ ਸਾਡੀਆਂ ਅੱਖਾਂ ਤੇ ਉਹੀ ਨੇ, ਪੂਰਾ ਦਿਖਦਾ ਉਹਨਾਂ ਦੇ, ਪਰ ਇਹਦੇ ਬਾਵਜੂਦ ਵੀ ਸਾਨੂੰ ਅਗਲੀ ਸਾਈਡ ਤੇ ਦਿਖਦਾ ਹੀ ਕੁਛ ਨਹੀਂ ਹੈ, ਕਿਉਂਕਿ ਸ਼ੀਸ਼ੇ ਤੇ ਫੌਗ ਆ ਗਈ ਹੈ। ਵੇਖਣ ਦਾ ਤਰੀਕਾ ਇੱਕੋ ਹੀ, ਉਹ ਸ਼ੀਸ਼ਾ, ਹੋਰ ਤੇ ਕੋਈ ਤਰੀਕਾ ਨਹੀਂ ਹੈ। ਤੇ ਜੇਕਰ ਗੱਡੀ ਸਹੀ ਚਲਾਉਣੀ ਹੈ ਤੇ ਅਗਲਾ ਸ਼ੀਸ਼ਾ ਜਿਹੜਾ ਕਲੀਅਰ ਹੋਣਾ ਬੜਾ ਜ਼ਰੂਰੀ ਹੈ। ਜਿੱਦਾਂ ਉੱਥੋਂ ਅਗਲੇ ਬੰਨੇ ਆਪਾਂ ਚਾਲੂ ਕਰਕੇ ਨਾ, ਫੈਨ ਚਾਲੂ ਕਰਕੇ ਤੇ ਉਸ ਫੌਗ ਨੂੰ ਰਿਮੂਵ ਕਰ ਲੈਂਦੇ ਆ। ਉਸੇ ਹੀ ਤਰ੍ਹਾਂ ਸਾਡਾ ਜਿਹੜਾ ਮਨ ਜਿਹੜਾ ਚਿੱਤ ਦੇ ਉੱਪਰ ਪ੍ਰਗਟ ਹੋ ਰਿਹਾ, ਚਿੱਤ ਦੇ ਉੱਪਰ ਜਦੋਂ ਕਲੈਰਿਟੀ ਆ ਜਾਂਦੀ ਹੈ ਨਾ, ਜਦੋਂ ਸਫਾਈ ਹੋ ਜਾਂਦੀ, ਵਾਈਪਰ ਵੱਜ ਜਾਂਦਾ ਹੈ, ਉਸ ਤੋਂ ਬਾਅਦ ਸਾਨੂੰ ਚੀਜ਼ਾਂ ਬਹੁਤ ਕਲੀਅਰ ਹੋ ਕੇ ਦਿਖਾਈ ਦਿੰਦੀਆਂ ਨੇ, ਕਿਉਂਕਿ ਮਨ ਜਿਹੜਾ ਸ਼ਾਂਤ ਹੋ ਗਿਆ। ਉਦਾਂ ਕੀ ਕਰਦਾ ਕਿ ਮਨ ਆਪਣੇ ਕੋਲੋਂ ਚੀਜ਼ਾਂ ਜੋੜ ਦਿੰਦਾ ਹੈ, ਉਹ ਸਾਨੂੰ ਪਤਾ ਨਹੀਂ ਲੱਗਦਾ। ਦੇਖੋ ਤੁਸੀਂ ਬੈਠੇ ਬੈਠੇ ਤੁਹਾਡੇ ਅੰਦਰ ਵਿਚਾਰ ਕਦੋਂ ਚੱਲ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਆਪ ਸਾਧਨਾ ਕਰਦੇ ਜੋ, ਤੁਸੀਂ ਸਾਰੇ ਸਾਧਕ ਜੋ। ਹੁਣ ਆਪ ਜਸਟ ਦੇਖੋ, ਜਦੋਂ ਤੁਸੀਂ ਭਗਤੀ ਦੇ ਬੈਠੇ ਹੁੰਦੇ ਜੋ, ਤੁਹਾਨੂੰ ਪਤਾ ਹੀ ਉਦੋਂ ਲੱਗਦਾ ਤੁਹਾਡੇ 7-8 ਮਿੰਟ ਲੰਘ ਗਏ ਨੇ ਤੇ ਤੁਹਾਨੂੰ ਵਿਚਾਰ ਨੇ ਤੁਹਾਨੂੰ ਬਾਹਰ ਕੱਢ ਲਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿੰਨਾ ਬਰੀਕ ਪੜਦਾ ਹੈ, ਇੰਨੇ ਸੂਖਮ ਨੇ ਤੁਹਾਡੇ ਤੇ ਵਿਚਾਰ ਦੇ ਵਿੱਚ, ਗੈਪ ਨਹੀਂ ਹੈਗਾ। ਆਪ ਜਸਟ ਸੋਚੋ, ਇੰਨਾ ਬਰੀਕ ਕੰਮ ਹੈਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵਿਚਾਰ ਕਦੋਂ ਆ ਗਿਆ। ਔਰ ਇਹ ਵਿਚਾਰ ਆ ਗਿਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੁਹਾਡੇ 15-20 ਮਿੰਟ 25-30 ਮਿੰਟ ਖਰਾਬ ਹੋ ਜਾਣੇ। ਆਪ ਜਸਟ ਦੇਖੋ ਕਿੰਨੀ ਪਾਵਰਫੁਲ ਚੀਜ਼ ਹੈ। ਠੀਕ ਹੈ ਨਾ ਜੱਸਾ? ਇਹੀ ਤਾਂ ਗੇਮ ਆ ਗੋਰਖੀ ਸਾਹਿਬ, ਫਸਵੀਂ ਗੇਮ ਹੈਗੀ ਆ। ਇਹੀ ਤਾਂ ਗੇਮ ਆ ਆਪੋਜ਼ਿਟ। ਔਰ ਵਿਚਾਰ ਜਿਹੜਾ ਹੈਗਾ, ਕਿਹੜੇ ਟਾਈਮ ਤੇ ਕਿਹੜਾ ਵਿਚਾਰ ਆਉਣਾ ਹੈ ਆਪਣੇ ਵੱਸ 'ਚ ਨਹੀਂ ਹੈਗਾ। ਬਸ ਆ ਵੀ ਗੱਲ ਹੈਗੀ ਆ ਕਿ ਵਿਚਾਰ ਜਿਹੜੇ ਛੱਡਣੇ ਹੈਗੇ, ਉਹ ਜਿਹੜੇ ਹੈਗੇ ਆਪੋਜ਼ਿਟ ਟੀਮ ਦਾ ਕੰਮ ਆ ਭਾਈ। ਮਾਇਆ ਮਾਲਕ ਨੇ ਜੋ ਖੇਲ ਪਾਇਆ ਹੋਇਆ, ਉਹ ਖੇਲ ਦਾ ਹਿੱਸਾ ਹੈਗਾ। ਤੇ ਔਰ ਦੋ ਵਿਚਾਰ ਇਕੱਠੇ ਨਹੀਂ ਆਉਂਦੇ ਆਪਣੇ ਚਿੱਤ ਦੇ ਉੱਤੇ, ਪ੍ਰੋਸੈਸਰ ਦੇ ਉੱਤੇ। ਇੱਕ ਵਿਚਾਰ ਜੇ ਉਹਨੂੰ ਫੜੀ ਰੱਖਾਂਗੇ ਤੇ ਦੂਜਾ ਨਹੀਂ ਆਏਗਾ, ਤੇ ਉਹਨੂੰ ਛੱਡਾਂਗੇ ਤੇ ਫਿਰ ਗੈਪ ਹੈਗਾ, ਤੇ ਫਿਰ ਉਸ ਤੋਂ ਬਾਅਦ ਫਿਰ ਦੂਸਰਾ ਕਦੀ ਵੀ ਅਟੈਕ ਕਰ ਲੇਗਾ ਆਪਾਂ ਨੂੰ। ਬਸ ਸਾਵਧਾਨਤਾ ਬਖਸ਼ ਕਰਨੀ ਹੈ ਆਪਾਂ ਨੇ, ਵਰਤਣੀ ਹੈਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਮਨ ਕਹਾਂ ਚਲੋ ਰਹੋ ਘਰੇ।
ਬਸ ਐਵੇਂ ਦੇਖਣਾ ਹੈ ਭਾਈ ਕਿਹੜੇ ਵਿਚਾਰ ਨੂੰ ਫੜ ਰਿਹਾ ਮੇਰੇ ਮਨਾ, ਆ ਜਾ ਇੱਧਰ, ਬਸ ਐਵੇਂ ਦਾ ਕੰਟਰੋਲ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਮਨ ਜਿਹੜਾ ਨਾ, ਦੇਖੋ ਮਨ ਬਹੁਤ ਚੰਚਲ ਹੈ। ਜਦ ਕਿ ਕੰਮ ਜਿਹੜਾ ਸਾਰਾ ਆਪਾਂ ਮਨ ਤੇ ਕਰਨਾ ਹੈ, ਤੇ ਮੋਸਟਲੀ ਜ਼ਿਆਦਾਤਰ ਲੋਕਾਂ ਨੂੰ ਇਹ ਭਰਮ ਪਾਇਆ ਜਾਂਦਾ ਹੈ ਕਿ ਤੁਸੀਂ ਤਨ ਤੋਂ ਕੰਮ ਕਰਾਓ। ਤੁਸੀਂ ਤਨ ਤੋਂ ਕੰਮ ਕਰਾਓਗੇ, ਤਨ ਦਾ ਇਸ਼ਨਾਨ ਵੀ ਕਰੋਗੇ, ਤਨ ਨੂੰ ਸੋਹਣੇ ਕੱਪੜੇ ਚਿੱਟੇ ਪਾ ਲਓ। ਕੀ ਕਰੋਗੇ? ਚਿੱਟੇ ਕੱਪੜੇ ਲੋਕੀ ਪਾ ਲੈਂਦੇ ਨੇ। ਆਪ ਸੋਚਦੇ ਜੋ ਚਿੱਟੇ ਰੰਗ ਦੀ, ਲੋਕੀ ਪੱਗ ਬੰਨ ਲੈਂਦੇ ਨੇ। ਇੱਥੋਂ ਤੱਕ ਕਈ ਮੈਂ ਵੇਖੇ ਨੇ, ਉਹ ਗਲ 'ਚ ਪਰਨਾ ਵੀ ਚਿੱਟਾ, ਬੂਟ ਵੀ ਚਿੱਟੇ, ਜਰਾਬਾਂ ਵੀ ਚਿੱਟੀਆਂ, 50 ਵੀ ਚਿੱਟੀ, A to Z ਕੱਪੜੇ ਚਿੱਟੇ ਪਾ ਲੈਂਦੇ ਨੇ। ਆਪ ਸੋਚਦੇ ਨੇ ਦਮਾਲਾ ਵੀ ਚਿੱਟਾ, ਗਲ 'ਚ ਜਿਹੜਾ ਸਾਫਾ ਵੀ ਚਿੱਟਾ, ਸਿਰ ਦੇ ਉੱਤੇ ਜਿੰਨਾ ਮਰਜੀ ਚੱਕਰ ਵੀ ਕਈ ਮੋਤੀਆਂ ਦੇ ਚੱਕਰ ਵੀ ਚਿੱਟੇ ਲਾ ਲੈਂਦੇ ਆ। ਚਿੱਟੀ ਮਾਲਾ ਵੀ ਲੋਕੀ ਪਾ ਲੈਂਦੇ ਨੇ। ਕੀ ਆਪ ਸੋਚਦੇ ਚਿੱਟੇ ਰੰਗ ਦੇ ਨਾਲ ਕਨੈਕਸ਼ਨ ਜੋੜਨ ਦੇ ਨਾਲ ਤੁਹਾਡਾ ਮਨ ਚਿੱਟਾ ਹੋ ਜਾਊਗਾ? ਨਹੀਂ। ਜੇ ਉਹ ਕਹਿੰਦੇ ਮਨ ਮੈਲੇ ਤੇ ਸਭ ਕੁਝ ਮੈਲਾ। ਜਦੋਂ ਮਨ ਮੈਲਾ ਹੈ ਤੇ ਭਾਵੇਂ ਤੂੰ ਚਿੱਟਾ ਵੀ ਪਾ ਲੇਗਾ, ਉਹ ਵੀ ਕਾਲਾ ਵਾ। ਠੀਕ ਹੈ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਇਹੀ ਤਾਂ ਕਹਿ ਰਹੇ ਮਹਾਰਾਜ ਕਿ ਜੇਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਕਹਿੰਦੇ ਤੇਰਾ ਅੰਦਰ ਸਰੀਰ ਵੀ ਸੱਚਾ ਹੋ ਜਾਊਗਾ, ਜੀਭ ਵੀ ਸੱਚੀ ਹੋ ਜਾਊਗੀ, ਮਨ ਵੀ ਸੱਚਾ ਹੋ ਜਾਊਗਾ ਜੇ ਤੇਰੇ ਕੋਲ ਇਹ ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਜੇ ਤੇਰੇ ਕੋਲ ਗੁਰੂ ਦੀ ਮੱਤ ਆ ਗਈ, ਬ੍ਰਹਮ ਮੱਤ ਆ ਗਈ, ਨਿਹਚਲ ਮੱਤ ਆ ਗਈ। ਪਿਆਰਿਆ ਨਾਨਕ ਸੱਚਾ ਸਤਿਗੁਰ ਸੇਵਾ, ਸਦਾ ਸੱਚ ਵਪਾਰ। ਕਹਿੰਦੇ ਬਸ ਸੱਚੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ, ਗੁਰੂ ਦੀ ਸੇਵਾ ਕੀ ਹੈ? ਗੁਰੂ ਕੀ ਕਹਿੰਦਾ ਹੈ? ਗੁਰੂ ਤਾਂ ਕਹਿੰਦਾ ਬਈ ਪਿਓ ਮਾਲਕ ਪਰਮਾਤਮਾ ਤੇਰੇ ਅੰਦਰ ਹੈਗਾ, ਤੇ ਬਾਹਰ ਕਿੱਥੇ ਗਤੀ ਕਰ ਰਿਹਾ? ਕਿਉਂ ਵੇਸਟ ਕਰ ਰਿਹਾ ਆਪਣੀ ਹੀਰੇ ਜੈਸੇ ਜਨਮ ਨੂੰ? ਅੰਦਰ ਵੜ, ਆਪਣੇ ਧਿਆਨ ਸਿਮਰਨ ਕਰ ਪਿਆਰਿਆ। ਦਸਾਉਂਦ ਲਾ ਦੇ, ਸਵੇਰੇ ਸ਼ਾਮ ਦੀ ਭਗਤੀ ਕਰ ਲਾ ਪਿਆਰਿਆ, ਭਗਤੀ ਕਰ ਲਾ। ਹਾਂਜੀ ਵੀਰ ਜੀ, ਇਹ ਸੱਚਾ ਵਪਾਰ ਕਰ ਲਾ। ਹਾਂ, ਉਹ ਕਹਿੰਦੇ ਸੱਚ ਦਾ ਵਪਾਰ ਕਰੋ। ਹੁਣ ਤੁਹਾਨੂੰ ਪਤਾ ਹੀ ਹੈ ਸੱਚ ਦਾ ਵਪਾਰ ਕੀ ਹੈ। ਸੱਚ ਦਾ ਵਪਾਰ ਦਾ ਮਤਲਬ ਹੈ ਕਿ ਅਗਲੇ ਬੰਦੇ ਨੂੰ ਪਤਾ ਹੋਵੇ ਨਾ ਪਤਾ ਹੋਵੇ, ਪਰ ਤੁਸੀਂ ਉਹਦੇ ਨਾਲ ਬਿਲਕੁਲ ਹੀ ਸਮ ਵਿਵਹਾਰ ਕਰਨਾ ਹੈ। ਸੱਚ ਦਾ ਮਤਲਬ ਇਹ ਆ ਕਿ ਤੁਸੀਂ ਨਜਾਇਜ਼ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦੇ, ਨਜਾਇਜ਼ ਕਿਸੇ ਦਾ ਪੈਸਾ ਨਹੀਂ ਲੈ ਸਕਦੇ। ਜ਼ਿਆਦਾ ਜੋ ਤੁਹਾਡਾ ਹੱਕ ਬਣਦਾ ਹੈ ਤੁਸੀਂ ਉਸ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ। ਇਹ ਸੱਚਾ ਵਪਾਰ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਪੁੱਛਿਆ ਕਿ ਤੈਨੂੰ ਤੇ ਮੈਂ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਸੀ, ਤੁਸੀਂ ਤੇ ਪੈਸੇ ਉੱਥੇ ਕਿੱਥੇ ਦੇ ਆਏ ਜੋ? ਉਹ ਕਹਿੰਦੇ ਕਿ ਮੈਂ ਉੱਥੇ ਭੁੱਖੇ ਸਾਧੂਆਂ ਨੂੰ ਰੋਟੀ ਖਵਾਤੀ। ਉਹਨਾਂ ਇਹ ਨਹੀਂ ਕਿਹਾ ਕਿ ਢਿੱਡ ਬੜੇ ਬੜੇ ਵੱਡੇ ਸੀ ਉਹਨਾਂ ਦੇ ਤੇ ਬਹੁਤ ਰੱਜੇ ਸੀ, ਕਿਸੇ ਧਾਰਮਿਕ ਸਥਾਨ ਦੇ ਮਾਲਕ ਸਨ, ਉਹਨਾਂ ਇਹ ਨਹੀਂ ਕਿਹਾ। ਉਹ ਕਹਿੰਦੇ ਭੁੱਖੇ ਸਾਧੂ, ਦੇਖੋ ਲਿਖਿਆ ਵਾ, ਕਥਾ ਦੇ ਵਿੱਚ ਵੀ ਲਿਖਿਆ ਹੋਊਗਾ, ਭੁੱਖੇ ਸਾਧੂਆਂ ਨੂੰ ਮੈਂ ਰੋਟੀ ਖਵਾਈ। ਤੇ ਭੁੱਖਿਆਂ ਦਾ ਮਤਲਬ ਇਹ ਆ ਕਿ ਜਿਹਨੂੰ ਲੋੜਵੰਦ, ਜਿਹਦਾ ਔਲਰੇਡੀ ਢਿੱਡ ਵੱਡਾ ਵਾ, ਜਿਹਦੇ ਕੋਲ ਔਲਰੇਡੀ ਟੂ ਮੱਚ ਆ ਬਾਣੀ ਦੇ ਵਿੱਚ, ਉਹਨੂੰ ਪੈਸਾ ਦੇਣ ਤੋਂ ਮਨਾ ਕੀਤਾ। ਠੀਕ ਹੈ ਜੀ। ਹੁਣ ਉਹ ਕਹਿੰਦੇ ਨੇ ਕਿ ਭੁੱਖਿਆਂ ਨੂੰ ਰੋਟੀ ਖਵਾਈ। ਇੱਥੇ ਵੀ ਦੇਖੋ ਬਾਣੀ ਦੇ ਵਿੱਚ ਇਹੋ ਸਮਝਾਇਆ ਵਾ ਕਿ ਅਸੀਂ ਸੱਚ ਦਾ ਵਪਾਰ ਕਰਨਾ ਹੈ, ਸਦਾ ਸੱਚ ਵਪਾਰ। ਸੱਚ ਜਦੋਂ ਵੀ ਤੁਹਾਨੂੰ ਮਿਲੇ ਉਹਨੂੰ ਖਰੀਦ ਲਓ, ਪਰ ਸੱਚ ਨੂੰ ਖਰੀਦਣਾ ਔਖਾ ਵਾ, ਇਹ ਵੀ ਗੱਲ ਆ। ਇਸੇ ਕਰਕੇ ਬਾਣੀ ਕਹਿੰਦੀ ਖੰਡਿਆ ਤਿੱਖੀ ਵਾਲੋ ਨਿੱਕੀ, ਇੱਤ ਮਾਰ ਕੇ ਚੱਲਣਾ। ਕਿਉਂ ਔਖਾ ਕਿਹਾ ਵਾ? ਕਿ ਸੱਚ ਨੂੰ ਖਰੀਦਣ ਦੇ ਲਈ ਸਾਰਿਆਂ ਦੇ ਪੱਲੇ ਧਨ ਨਹੀਂ ਹੁੰਦਾ। ਹਾਂ, ਝੂਠ ਖਰੀਦਣਾ ਹੈ, ਬੇਈਮਾਨੀ ਕਰਨੀ ਹੈ, ਉਹ ਸਾਰੇ ਲੋਕਾਂ ਕੋਲ ਚੀਜ਼ਾਂ ਹੈਗੀਆਂ ਨੇ। 1 ਮਿੰਟ ਲੱਗੇਗਾ, ਆਪ ਸਾਰੇ ਸਾਧਨ ਇਕੱਠੇ ਕਰ ਲਓਗੇ, ਪਰ ਜਦੋਂ ਸੱਚ ਨੂੰ ਖਰੀਦਣ ਦੀ ਵਾਰੀ ਆਊਗੀ ਨਿੱਜਾ ਸਾਹਿਬ, ਉਦੋਂ ਮੁਸ਼ਕਲ ਹੋ ਜਾਣੀ ਜੀ। ਬਿਲਕੁਲ, ਕਿਉਂਕਿ ਸੱਚ ਨੂੰ ਖਰੀਦਣਾ ਔਖਾ ਹੈ। ਹਾਂਜੀ ਨਿੱਜਾ ਸਾਹਿਬ, ਅੱਗੇ ਚਲੀਏ। ਹਾਂ, ਅੱਗੇ ਤੀਸਰੀ ਪਾਤਸ਼ਾਹੀ ਦਾ ਪਹਿਲਾ ਵੀ ਹੈ, ਤੀਸਰੀ ਪਾਤਸ਼ਾਹੀ ਦਾ ਸ਼ਲੋਕ ਸੀਗਾ, ਅਗਲਾ ਵੀ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ। ਮਹਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਕਹਿੰਦੇ ਬਾਕੀ ਜਿਹੜਾ ਹੈਗਾ, ਜੇ ਤੇਰੇ ਅੰਦਰ ਜਿਹੜਾ ਪ੍ਰੀਤ ਪਰਮਾਤਮਾ ਦੇ ਪ੍ਰਤੀ, ਸੱਚ ਦੇ ਨਾਲ ਤੇਰੀ ਪ੍ਰੀਤ ਨਹੀਂ ਹੋਈ, ਤੇ 2 ਹੀ ਆਪਸ਼ਨ ਹੈ ਤੇਰੇ ਕੋਲ। ਜੇ ਸੱਚ ਦੇ ਨਾਲ ਪ੍ਰੀਤ ਨਹੀਂ ਹੈ ਤੇ ਕੱਚ ਦੇ ਨਾਲ ਪ੍ਰੀਤ ਲਾਏਗਾ। ਕੱਚ ਕੀ ਹੈਗਾ? ਜੋ ਚੋਗਾ, ਜੋ ਧਾਤ, ਜੋ ਮੈਟਰ। ਧਾਤ ਕਹਿੰਦੇ ਮੈਟਰ ਨੂੰ, ਜੋ ਵੀ ਪਦਾਰਥ, ਜੋ ਵੀ ਖਿਲ ਰਿਹਾ ਹੈ, ਆਪਣਾ ਸਰੀਰ, ਦੂਜਾ ਸਰੀਰ, ਹੋਰ ਜੋ
ਧਨ ਦੌਲਤ, ਜੋ ਵੀ ਸੁਵਿਧਾ ਦੇ ਸੁੱਖ ਦੇ ਸਾਧਨ, ਇੰਟਰਟੇਨਮੈਂਟ, ਇਹਦੇ ਨਾਲ ਪਿਆਰ ਪਾਏਗਾ। ਬਿਰਹਾ ਮਤਲਬ ਪਿਆਰ। ਹੋਰ ਬਿਰਹਾ ਸਭ ਧਾਤ ਹੈ। ਕਹਿੰਦੇ ਬਾਕੀ ਸਾਰਾ ਮੈਟਰ ਆ ਪਿਆਰਿਆ, ਮਾਇਆ ਹੈਗੀ ਆ, ਝੂਠ ਹੈਗਾ, ਕੱਚ ਹੈਗਾ। ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਜਦ ਤੱਕ ਉਹ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਆ। ਬਾਕੀ ਜਿੱਥੇ ਵੀ ਪ੍ਰੀਤ ਲਾ ਰਹੇ ਆ, ਜਿੱਥੇ ਵੀ ਹੋਰ ਬਿਰਹਾ, ਸਭ ਧਾਤ ਹੈ, ਸਾਰਾ ਦਾ ਸਾਰਾ। ਕਿਸੇ ਨਾਲ ਵੀ ਪ੍ਰੀਤ ਲਾ ਰਿਹਾ, ਆਕਾਰ ਵਾਲੇ ਦੇ ਨਾਲ ਧਾਤ ਆ। ਕਹਿੰਦੇ ਜੇ ਉਹਦੇ ਸਰੀਰ ਨਾਲ ਵੀ ਪ੍ਰੀਤ ਲਾ ਰਿਹਾ ਤੂੰ, ਜੇ ਕੋਈ ਬ੍ਰਹਮ ਗਿਆਨੀ ਹੈਗਾ ਉਹਦੇ ਵੀ ਸਰੀਰ ਨਾਲ ਪ੍ਰੀਤ ਕਰ ਰਿਹਾ, ਤਾਂ ਵੀ ਪਿਆਰਿਆ, ਤਾਂ ਵੀ ਫਸ ਗਿਆ ਤੂੰ। ਕਿਉਂਕਿ ਉਹਦੇ ਸਰੀਰ ਰਹਿਣਾ ਨਹੀਂ ਆ ਉਸ ਬ੍ਰਹਮ ਗਿਆਨੀ। ਔਰ ਸਰੀਰ ਤੋਂ ਤੈਨੂੰ ਲੱਭਣਾ ਕੁਛ ਨਹੀਂ ਹੈ, ਪੜਾਸਾਂ ਹੀ ਮਿਲਣੀਆਂ ਹੈ। ਹੋਰ ਕੀ ਮਿਲ ਜੂਗਾ ਸਰੀਰ ਦੇ ਨਾਲ? ਸਰੀਰ ਤੋਂ ਕੀ ਮਿਲਣਾ ਹੈ ਆਪਾਂ ਨੂੰ? ਗਿਆਨ ਤਾਂ ਉਹਦੇ ਹਿਰਦੇ 'ਚ ਆਉਣਾ ਹੈ ਭਾਈ, ਉਹਦੇ ਬਚਨਾਂ ਤੋਂ ਆਉਣਾ ਹੈ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਕਹਿੰਦੇ ਜਦ ਤੱਕ ਪਰਮਾਤਮਾ ਦੇ ਨਾਲ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਪਰ ਕਹਿੰਦੇ ਮਨ ਤਾਂ ਮਾਇਆ ਦੇ ਨਾਲ ਮੋਹਿਆ ਹੋਇਆ ਆ। ਮਨ ਤਾਂ ਮਾਇਆ ਦੇ ਨਾਲ ਪੂਰੀ ਤਰ੍ਹਾਂ ਮੋਹਿਆ ਪਿਆ ਆ ਭਾਈ, ਤੇ ਨਾ ਇਹਨੂੰ ਦਿਸਦਾ ਆ ਤੇ ਨਾ ਸੁਣਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਉਹੀ ਗੱਲ ਇੱਥੇ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਿਉਂਕਿ ਉਹਦੇ ਅੰਦਰ ਮਾਇਆ ਦਾ ਰੋਲਾ ਕਚੋਲਾ ਬਹੁਤ ਜ਼ਿਆਦਾ ਹੈਗਾ, ਨਹੀਂ ਸੁਣਦਾ ਭਾਈ। ਉਹਨੂੰ ਸਹੀ ਪਤਾ ਹੀ ਨਹੀਂ ਲੱਗਦਾ, ਨਾ ਦਿਸਦਾ ਹੈ ਸਹੀ ਤੇ ਨਾ ਉਹ ਸੁਣ ਸਕਦਾ ਹੈ ਸਹੀ, ਨਾ ਗਿਆਨ ਸੁਣ ਸਕਦਾ ਹੈ। ਜਦ ਤੱਕ ਮਾਇਆ ਦੇ ਨਾਲ ਪ੍ਰੀਤ, ਜਦ ਤੱਕ ਉੱਥੇ ਗੱਡੀ ਰੋਕੇਗਾ ਨਹੀਂ ਔਰ ਸੁਣੇਗਾ ਨਹੀਂ ਸੱਚ ਨੂੰ। ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ, ਸ਼ਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਕਹਿੰਦੇ ਮਾਲਕਾ ਗੇਮ ਹੀ ਤੇਰੀ ਬੜੀ ਫਸਵੀਂ ਹੈਗੀ ਆ। ਤੂੰ ਆਪ ਤਾਂ ਦਿਸਦਾ ਨਹੀਂ ਹੈ ਵਿੱਚ, ਔਰ ਤੂੰ ਕਹਿੰਦਾ ਹੈ ਮੇਰੇ ਨਾਲ ਪ੍ਰੀਤ ਪਾ ਲਓ। ਕਮਾ ਲਿਆ ਮਾਲਕਾ, ਤੇਰਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ ਹੈਗੀ, ਕੁਛ ਵੀ ਤਾਂ ਦਿਸਦਾ ਨਹੀਂ ਤੇਰਾ, ਔਰ ਤੂੰ ਕਹਿੰਦਾ ਹੈ ਮੇਰੇ ਨਾਲ ਜਿਹੜਾ ਹੈਗਾ ਪ੍ਰੀਤ ਪਾਓ, ਇਸ ਤਰੀਕੇ ਨਾਲ ਪ੍ਰੀਤ ਪਾਓ। ਬੜੀ ਗੇਮ ਜਿਹੜੀ ਹੈ ਤੂੰ ਜਿਹੜੀ ਹੈਗੀ ਬੜੀ ਹਾਰਡ ਬਣਾਈ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ। ਸ਼ਹਿ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ। ਕਹਿੰਦੇ ਅੰਨਾ ਕੀ ਕਰ ਸਕਦਾ ਹੈ ਮਾਲਕਾ ਦੱਸ। ਨਾਨਕ ਜਿਨੇ ਅੱਖੀ ਲੀਤੀਆਂ ਸੋਈ ਸੱਚਾ ਦੇ। ਠੀਕ ਹੈ, ਨਹੀਂ ਦਿਸਦਾ ਤੇ ਉਸੇ ਨੇ ਇਹ ਗੇਮ ਪਾਈ ਹੋਈ ਆ, ਉਸੇ ਨੇ ਤੇਰੀਆਂ ਅੱਖਾਂ ਤੈਨੂੰ ਮਾਇਆ ਭੇਜ ਕੇ, ਮਾਇਆ ਦੇ ਨਾਲ ਮਾਇਆ ਖਿਲਾਰ ਕੇ ਉਹਨੇ ਤੈਨੂੰ ਅੰਨਾ ਕੀਤਾ ਆ। ਤੇ ਭਾਈ ਜਿਹਨੇ ਅੱਖਾਂ ਲਈਆਂ ਆ ਉਸੇ ਨੇ ਦੇਣੀਆਂ ਆ ਅੱਖਾਂ, ਤੇ ਉਹਦੇ ਕੋਲ ਜਾ ਕੇ ਪਹੁੰਚ ਜਾ, ਫਰਿਆਦ ਕਰ ਲਾ ਫਿਰ ਉਹਦੇ ਕੋਲ, ਉਹੀ ਦਊਗਾ ਅੱਖਾਂ। ਤੇ ਧਿਆਨ ਸਿਮਰਨ ਕਰ ਲਾ ਤੇ ਦੇਖ ਆ ਗੁਰਬਾਣੀ ਜਿਹੜੀ ਹੈਗੀ, ਗੁਰੂ ਦੀ ਮੱਤ ਜਿਹੜੀ, ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਦੱਸ ਰਿਹਾ ਹੈ ਭਾਈ ਵੀ ਕਿਵੇਂ ਅੱਖਾਂ ਵਾਪਸ ਲੈਣੀਆਂ ਆਪਾਂ ਨੇ। ਆ ਅੱਖਾਂ ਹੀ ਤਾਂ ਦੇ ਰਹੇ ਆ। ਆ ਬ੍ਰਹਮ ਗਿਆਨੀ ਕੀ ਕਰ ਰਹੇ ਆ? ਇਹ ਕੀ ਮਿਲ ਰਿਹਾ ਆਪਾਂ ਨੂੰ ਇੱਥੋਂ? ਆ ਗਿਆਨ ਦੇ ਨਾਲ ਆ ਵਿਚਾਰ ਕਰਕੇ ਆਪਾਂ ਨੂੰ ਕੀ ਮਿਲ ਰਿਹਾ? ਅੱਖਾਂ ਹੀ ਤਾਂ ਲੈ ਰਹੇ ਆ ਆਪਾਂ, ਹੋਰ ਕੀ ਕਰ ਰਹੇ ਆ? ਕੰਨ ਤੇ ਅੱਖਾਂ ਵਾਪਸ ਲੈ ਰਹੇ ਆ ਆਪਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਕਹਿੰਦੇ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਕਹਿੰਦੇ ਬਾਕੀ ਜਿੰਨਾ ਚਿਰ ਸਮਝ ਲਓ ਕਿ ਮਾਇਆ ਦੇ ਨਾਲ ਹੀ ਸਾਡਾ ਸੰਬੰਧ ਹੈ, ਜਿੰਨਾ ਚਿਰ ਤੱਕ ਸਾਡਾ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ, ਬਿਲਕੁਲ ਸਾਡਾ ਨੇਹ ਨਹੀਂ ਪੈਂਦਾ। ਔਰ ਆਪ ਦੇਖੋ ਕਿ ਤੁਹਾਡੇ ਜੀਵਨ ਚ ਕਿਹੜਾ ਹੈ, ਅਜੇ ਤੱਕ ਤੇ ਮੇਰੇ ਸਾਹਮਣੇ ਮਾਇਆ ਹੀ ਹੈਗੀ ਹੈ। ਪਰਮਾਤਮਾ ਦੇ ਨਾਲ ਜਦੋਂ ਪਿਆਰ ਪੈ ਜਾਂਦਾ ਹੈ ਭਾਈ, ਫਿਰ ਮਾਇਆ ਦਾ ਰੰਗ ਉਤਰ ਜਾਂਦਾ। ਫਿਰ ਅੱਖਾਂ ਮਿਲ ਗਈਆਂ, ਦਾ ਰੰਗ ਹੈਗਾ ਮਜੀਠ। ਅੱਖਾਂ ਮਿਲ ਗਈਆਂ ਤੇ ਕੰਨ ਵੀ ਮਿਲ ਜਾਂਦੇ ਆ। ਕੰਨ ਮਿਲ ਗਏ, ਹਾਂ, ਕਿਉਂਕਿ ਪਰਮਾਤਮਾ ਦਾ ਰੰਗ ਬਹੁਤ ਪਾਵਰਫੁਲ ਆ। ਫਿਰ ਕਹਿੰਦੇ ਆ ਅਗਲੀ ਤੁਕ ਚ ਦੇਖੋ, ਕਹਿੰਦੇ ਇਹ ਮਨ ਮਾਇਆ ਮੋਹਿਆ। ਦੇਖੋ ਕਹਿੰਦੇ ਨੇ ਇਹ ਮਨ ਨੂੰ ਮਾਇਆ ਨੇ ਮੋਹ ਲਿਆ। ਮੋਹ ਲਿਆ ਦਾ ਮਤਲਬ ਕਈ ਵਾਰੀ ਆਪਾਂ ਨੀ ਕਹਿੰਦੇ ਯਾਰ ਉਹ ਫਲਾਨਾ ਬੰਦਾ ਨਾ ਗੱਲ ਹੀ ਨਹੀਂ ਸੁਣਦਾ, ਉਹ ਉਹਦੇ ਪਿੱਛੇ ਲੱਗ ਗਿਆ। ਆਪ ਉਹਨੂੰ ਸਮਝਾਉਣਾ ਵੀ ਚਾਹੁੰਦੇ ਆ, ਪਰ ਉਹਨੇ ਐਸਾ ਉਹਨੂੰ ਰੰਗ ਚਾੜਿਆ ਬੰਦੇ ਨੇ ਜਾਂ ਬੁੱਢੀ ਨੇ, ਉਹ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ। ਕਹਿੰਦੇ ਘਰ ਵਾਲੀ ਦਾ ਗੁਲਾਮ ਹੋ ਗਿਆ। ਹਾਂ, ਘਰਦਿਆਂ ਦੀ ਨਹੀਂ ਸੁਣ। ਹੁਣ ਉਹ ਬਾਣੀ ਚ ਵੀ ਕਹਿੰਦੇ ਇਹ ਮਨ ਮਾਇਆ ਮੋਹਿਆ, ਮੋਹ ਲਿਆ। ਮੋਹ ਲਿਆ ਮਤਲਬ ਨਾ ਪਹਿਲਾਂ ਜ਼ਮਾਨਿਆਂ ਚ ਲੋਕੀ ਗੱਲਾਂ ਨਹੀਂ ਕਰਦੇ ਹੁੰਦੇ ਕਿ ਇਹ ਕੋ ਮਨਮੋਹਣੀ ਆ, ਕਿ ਜਦੋਂ ਵੀ ਬੰਦੇ ਦੇ ਕੋਲ ਜਾਂਦਾ ਹੈ ਤੇ ਬੰਦੇ ਦੇ ਮਨ ਨੂੰ ਮੋਹ ਲੈਂਦਾ। ਫਿਰ ਕਹਿੰਦੇ ਜਦੋਂ ਇਹਨੇ ਮਾਇਆ ਨੇ ਮੋਹ ਲਿਆ ਤੇ ਫਿਰ ਦੋ ਚੀਜ਼ਾਂ ਉਹ ਬੰਦੇ ਦੀਆਂ ਕੰਮ ਨਹੀਂ ਕਰਦੀਆਂ, ਇੱਕ ਉਹਦੀਆਂ ਅੱਖਾਂ ਤੇ ਇੱਕ ਉਹਦੇ ਕੰਨ। ਕਿਉਂ ਨਹੀਂ ਕੰਮ ਕਰਦੇ? ਹੁਣ ਤੁਸੀਂ ਕਹੋਗੇ ਕੰਮ ਕਰਦੇ ਨਾ, ਦਿਖਦਾ ਤੇ ਹੈ ਵਾ, ਪਰ ਉਹਨੂੰ ਨਹੀਂ ਜੇ ਦਿਖਦਾ, ਸਹੀ ਰਸਤਾ ਨਹੀਂ ਪਤਾ ਲੱਗਦਾ।
ਉਹਨੂੰ ਕਹਿੰਦੇ ਫਿਰ ਕੰਨ, ਉਹਨੂੰ ਚੰਗੀ ਗੱਲ ਵੀ ਸਮਝਾਓਗੇ ਉਹਨੂੰ ਨਹੀਂ ਸੁਣਨੀ, ਉਹਦੀ ਵਾਦੀ ਗੱਲ ਨਹੀਂ। ਕਿਉਂ ਨਹੀਂ? ਕਿਉਂਕਿ ਉਹਦੇ ਮਨ ਨੂੰ ਮਾਇਆ ਨੇ ਮੋਹ ਲਿਆ ਵਾ। ਹੁਣ ਉਹਨੂੰ ਹਰੀਆਂ ਐਨਕਾਂ ਲਾਤੀਆਂ। ਮੇਰੀ ਨਾ ਇੱਥੇ ਮਾਸੀ ਦਾ ਮੁੰਡਾ, ਤੇ ਕੁਝ ਥੋੜੇ ਜਿਹੇ ਪੈਸੇ ਆਏ, ਮੈਂ ਉਹਨੂੰ ਫੋਨ ਕਰਾਂ ਕਿ ਮੈਂ ਕਿਹਾ ਵਾ ਕਿ ਮੈਂ ਕਰਨਾ ਏਦਾਂ ਕਰਕੇ ਤੇਰੇ ਕੋਲ ਪੈਸੇ ਆਏ ਆ ਤੇ ਤੈਨੂੰ ਮੈਂ ਕਿਸੇ ਚੰਗੀ ਜਗ੍ਹਾ ਤੇ ਭੇਜ ਦੂੰਗਾ ਤੇ ਨਾ ਪੰਗਾ ਲਵੀਂ। ਪਰ ਉਹ ਤੇ ਸਮਝ ਲਓ ਕਿ ਉਹਦੀ ਅੱਖਾਂ ਤੇ ਐਨਕਾਂ ਲਾਤੀਆਂ ਕਿਸੇ ਨੇ। ਉਹਨੇ ਮੇਰਾ ਸੁੱਚ ਬਲੌਕ ਕਰਤਾ, ਨੰਬਰ ਵੀ ਬਲੌਕ ਕਰਕੇ ਰੱਖਤਾ। ਉਹ ਪਤਾ ਉਦੋਂ ਲੱਗਾ ਕਿ 2-2.5 ਮਹੀਨੇ ਚ ਉਹਨੇ ਪੈਸੇ ਸਾਰੇ ਡਾਲਤੇ। ਫਿਰ 2 ਮਹੀਨੇ ਬਾਅਦ ਮੈਨੂੰ ਫਿਰ ਫੋਨ ਆਇਆ, ਕਹਿੰਦਾ ਵੀਰ ਜੀ ਉਹ ਇੱਥੇ ਕੰਮ ਏਦਾਂ, ਮੈਂ ਇੱਥੇ ਦੁਬਈ ਫਸਿਆ ਵਾਂ ਤੇ ਮੇਰਾ ਤੇ ਬੁਖਾਰ ਨਹੀਂ ਉਤਰਦਾ। ਮੈਂ ਤੇ ਕੀ ਕਰਨ ਆਇਆ ਸੀ? ਤੇ ਮੈਂ ਹੁਣ ਤੋਂ ਕਹਿਣ ਤੋਂ ਭਾਵ ਹੈ ਕਿ ਜਦੋਂ ਬੰਦੇ ਦੇ ਦਿਮਾਗ 'ਚ ਕੋਈ ਚੀਜ਼ ਪਾ ਦਿੰਦਾ ਨਾ, ਤੇ ਉਸ ਬੰਦੇ ਨੂੰ ਤੁਸੀਂ ਚੰਗੀ ਚੀਜ਼ ਵੀ ਸਮਝਾਓ, ਉਹਨੇ ਨਹੀਂ ਸੁਣਨੀ। ਇਹ ਬਾਣੀ ਸਹੀ ਹੈ ਬਿਲਕੁਲ। ਜਦੋਂ ਮਨ ਕਿਸੇ ਦਾ ਮੋਹਿਆ ਜਾਂਦਾ ਨਾ, ਕਿਸੇ ਬੰਦੇ ਦੇ ਅੱਖਾਂ ਐਨਕਾਂ ਲਾ ਦਿੱਤੀਆਂ ਜਾਂਦੀਆਂ ਤੇ ਉਹਨੂੰ ਚੰਗਿਆਈ ਦਿਖਦੀ ਨਹੀਂ ਆ, ਉਹਨੂੰ ਨਹੀਂ ਸੱਚ ਦਿਖਦਾ। ਉਹਦੀਆਂ 2 ਚੀਜ਼ਾਂ ਬਿਲਕੁਲ ਕੰਮ ਕਰਨੋਂ ਹਟ ਜਾਂਦੀਆਂ ਨੇ, ਇੱਕ ਉਹਦੀਆਂ ਅੱਖਾਂ ਤੇ ਦੂਜਾ ਉਹਦੀ ਸੁਣਨ ਦੀ ਸ਼ਕਤੀ। ਉਹ ਤੁਹਾਡੀ ਗੱਲ ਨਹੀਂ ਸੁਣੇਗਾ ਬਿਲਕੁਲ, ਕਿਉਂਕਿ ਉਹਦੇ ਅੰਦਰੋਂ ਕੁਝ ਏਦਾਂ ਦੀ ਗੱਲ ਅੰਦਰ ਉਹਨੂੰ ਪ੍ਰੇਰਿਤ ਕਰ ਰਹੀ ਆ, ਉਹ ਤੁਹਾਡਾ ਐਂਟੀ ਹੋ ਚੁੱਕਿਆ। ਮਨ ਨੇ ਇੱਥੇ ਕੋ ਮਨ ਨੇ ਮਾਇਆ ਨੇ ਮਨ ਨੂੰ ਮੋਹ ਲਿਆ ਤੇ ਫਿਰ ਕੀ ਹੋਇਆ? ਉਹਦੀਆਂ ਅੱਖਾਂ ਦਾ ਕੰਮ ਵੀ ਗਿਆ ਤੇ ਉਹਦੇ ਕੰਨ ਵੀ। ਹੁਣ ਨਹੀਂ ਉਹ ਸੁਣਦਾ, ਹੁਣ ਉਸੇ ਭਾਸ਼ਾ ਨੂੰ ਬੋਲਦਾ ਹੈ ਜਿਹੜੀ ਮਾਇਆ ਦੀ ਭਾਸ਼ਾ। ਹਾਂਜੀ ਨਿਜੋ ਸਾਹਿਬ ਕਹਿੰਦੇ ਭਾਈ ਸ਼ਾਇਦ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ। ਕਹਿੰਦੇ ਹੁਣ ਮਾਲਕਾ ਤੂੰ ਵੀ ਤਾਂ ਐਸੀ ਗੇਮ ਪਾਈ ਹੋਈ ਆ, ਨਾ ਤੇਰਾ ਪਤਾ ਲੱਗਦਾ, ਨਾ ਤੂੰ ਦਿਸਦਾ ਆ, ਨਾ ਤੂੰ ਸੁਣਦਾ ਆ, ਨਾ ਤੇਰਾ ਕੋਈ ਵੀ ਕੁਛ ਵੀ ਕਿਸੇ ਪਾਸੇ ਤੇਰਾ ਰੂਪ ਰੇਖ ਰੰਗ ਕੁਛ ਵੀ ਨਹੀਂ ਹੈਗਾ। ਤੇ ਪਿਆਰ ਕਿਵੇਂ ਪਏ? ਤੇਰੇ ਨਾਲ ਪਿਆਰ ਕਿਵੇਂ ਪਏ ਤੇ ਮਾਇਆ ਨਾਲ ਕਿਵੇਂ ਟੁੱਟੇ? ਨਾਨਕ ਜਿਹਨੇ ਅੱਖੀ ਲਿੱਤੀਆਂ ਸੋਈ ਸੱਚਾ ਦੇ। ਕਹਿੰਦੇ ਭਾਈ ਦੇਖ, ਅੱਖਾਂ ਮਾਲਕ ਨੇ ਗੇਮ ਪਾਈ ਆ, ਉਹ ਆਪ ਅਦ੍ਰਿਸ਼ਟ ਹੈਗਾ, ਆਪ ਜਿਹੜਾ ਹੈਗਾ ਗੁਪਤ ਹੈਗਾ, ਤੇ ਹੁਣ ਮਾਇਆ ਪ੍ਰਗਟ ਹੈਗੀ ਆ, ਮਾਇਆ ਨੇ ਜਕੜਿਆ ਹੋਇਆ। ਤੇ ਮਾਲਕ ਕੋਲ ਫਰਿਆਦ ਕਰ ਭਾਈ, ਜਿਹਦੇ ਕੋਲ ਜਿਹਨੇ ਗੇਮ ਪਾਈ ਆ, ਜਿਹਨੇ ਇਹ ਜਿਹੜੀ ਹੈਗੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜਿਹੜੀ ਹੈ ਸਾਰਾ ਜਿਹੜਾ ਹੈਗਾ ਚਮੇੜੇ ਹੈਗੇ, ਤੇ ਉਹੀ ਇਹਨਾਂ ਨੂੰ, ਉਹਦੇ ਹੀ ਤਾਂ ਹੈਗੇ ਆ ਸਾਰੇ ਦੇ ਸਾਰੇ, ਉਹਨੇ ਹੀ ਤਾਂ ਇਹਨਾਂ ਦਾ ਸਵਿੱਚ ਨੱਪਣਾ, ਆਪੇ ਇਹਨਾਂ ਨੇ ਸ਼ਾਂਤ ਹੋ ਜਾਣਾ। ਉਸੇ ਕੋਲ ਫਰਿਆਦ ਕਰ ਲਾ ਤੇ ਤੈਨੂੰ ਜਿਹੜਾ ਹੈਗਾ ਉਹ ਗਿਆਨ ਦੇ ਦੇਗਾ ਭਾਈ। ਜੇ ਤੇਰੇ ਅੰਦਰ ਹੈ, ਤੈਨੂੰ ਲੱਗਦਾ ਹੈ ਤੂੰ ਅੰਨਾ ਬੋਲਾ ਹੈਗਾ ਆ, ਤੇ ਫਿਰ ਫਰਿਆਦ ਕਰ ਲਾ, ਅੱਖਾਂ ਲੈ ਲਾ, ਕੰਨ ਵੀ ਲੈ ਲਾ। ਹਾਂਜੀ ਵੀਰ ਜੀ। ਹੁਣ ਕਹਿੰਦੇ ਆ ਕਿ ਬਿਨਾਂ ਦੇਖਿਆ ਮਨ ਨਹੀਂ ਮੰਨਦਾ, ਕਿਉਂਕਿ ਉਹ ਰੂਪ ਨਹੀਂ ਹੈ, ਰੰਗ ਨਹੀਂ ਹੈ, ਰੇਖ ਨਹੀਂ ਹੈ। ਮਨ ਮੰਨਦਾ ਹੈ ਮੂਰਤੀ ਤੇ ਧਾਰਮਿਕ ਸਥਾਨਾਂ ਤੇ। ਕਿਸੇ ਬੰਦੇ ਨੂੰ ਕਹਿ ਦੋ ਇਹ ਸੰਤ ਹੈਗਾ, ਮਨ 1 ਮਿੰਟ ਲਾਏਗਾ ਮੰਨਣ ਲਈ, ਪਰ ਨਿਰਾਕਾਰ ਜਿਹੜੀ ਚੀਜ਼ ਆ ਉਹਨੂੰ ਮਨ ਇੱਕਦਮ ਨਹੀਂ ਮੰਨਦਾ। ਉਹਦੇ ਲਈ ਮਨ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ। ਤੁਹਾਡੇ ਤਨ ਨੂੰ, ਮਨ ਨੂੰ, ਤੁਹਾਡੀ ਬੁੱਧੀ ਨੂੰ, ਤੁਹਾਡੀ ਸੁਰਤੀ ਨੂੰ, ਇਹਨਾਂ ਸਾਰਿਆਂ ਨੂੰ, ਤੁਹਾਡੇ ਚਿੱਤ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਊਗਾ। ਤੁਹਾਡੀਆਂ ਇੰਦਰੀਆਂ ਦੀ ਰਿਫਾਈਨਿੰਗ ਹੋਊਗੀ, ਸ਼ੁੱਧੀ ਹੋਊਗੀ। ਜਿੱਦਾਂ ਕੋਈ ਚੀਜ਼ ਗੰਦੀ ਹੈ ਨਾ, ਦੇਖੋ ਸ਼ੀਸ਼ਾ ਵਾ, ਸ਼ੀਸ਼ਾ ਗੰਦਾ ਹੈ ਸ਼ੀਸ਼ਾ ਬਿਲਕੁਲ ਠੀਕ, ਪਰ ਉੱਤੇ ਗੰਦ ਮੰਦ ਲੱਗਾ, ਧੂਲ ਮਿੱਟੀ ਲੱਗੀ ਹੈ, ਤੁਹਾਨੂੰ ਆਪਣਾ ਚਿਹਰਾ ਦਿਖਾਈ ਨਹੀਂ ਦੇਵੇਗਾ। ਨਾ ਤੇ ਸ਼ੀਸ਼ਾ ਗਲਤ, ਨਾ ਤੁਸੀਂ ਗਲਤ। ਉਹ ਸ਼ੁੱਧੀਕਰਨ ਜ਼ਰੂਰੀ ਆ। ਜਿੱਦਾਂ ਆਪਾਂ ਸ਼ੀਸ਼ੇ ਨੂੰ ਸਾਫ਼ ਕਰ ਲੈਂਦੇ ਹਾਂ ਨਾ, ਕੱਪੜੇ ਦੇ ਨਾਲ ਗਿੱਲਾ ਕੱਪੜਾ ਲਾ ਕੇ ਜਾਂ ਸੁੱਕਾ ਕੱਪੜਾ ਮਾਰ ਕੇ ਸ਼ੀਸ਼ੇ ਨੂੰ ਆਪਾਂ ਸਾਫ਼ ਕਰ ਲੈਂਦੇ ਹਾਂ, ਉਸੇ ਹੀ ਤਰ੍ਹਾਂ ਸਾਡੇ ਚਿੱਤ ਨੂੰ, ਸਾਡੇ ਮਨ ਨੂੰ, ਸਾਡੀ ਬੁੱਧੀ ਨੂੰ ਸਾਫ਼ ਕਰਨ ਦਾ ਇੱਕ ਤਰੀਕਾ ਹੈਗਾ। ਉਹ ਬੜਾ ਸੌਖਾ ਜਿਹਾ ਤਰੀਕਾ ਹੈ। ਤੁਸੀਂ ਆਪਣੇ ਅੰਦਰ ਜਿਹੜਾ ਵਿਚਾਰਾਂ ਦਾ ਚਿੰਤਨ ਉਹਨੂੰ ਰੋਕ ਲਓਗੇ, ਉਹਦੇ ਨਾਲ ਤੁਹਾਡੀ ਸੁਰਤੀ ਵੀ ਸਹੀ ਹੋ ਜੂ, ਤੁਹਾਡਾ ਮਨ ਵੀ ਸਹੀ ਹੋ ਜੂ, ਤੁਹਾਡੀ ਬੁੱਧੀ ਵੀ ਸਹੀ ਹੋ ਜੂ, ਤੁਹਾਡੀਆਂ ਇੰਦਰੀਆਂ ਵੀ ਸਹੀ ਹੋ ਜਾਣੀਆਂ। ਨਿੱਜਰ ਸਾਹਿਬ ਇੱਕ ਛੋਟਾ ਜਿਹਾ ਕੰਮ ਹੈ। ਬਿਲਕੁਲ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਆਹੀ ਤਾਂ ਹੈ। ਹਾਂ, ਔਰ ਜਦੋਂ ਨਿਰਵਿਚਾਰ ਹੋ ਜਾਂਦੇ ਜੋ, ਤੇ ਫਿਰ ਆਤਮਾ ਤੱਤ ਰਹਿ ਜਾਂਦਾ ਹੈ। ਆਤਮਾ ਤੱਤ ਜਿਹੜਾ ਬੜਾ ਪਾਵਰਫੁਲ ਤੱਤ ਹੈ। ਇੱਕ ਭੈਣ ਦਾ ਫੋਨ ਆਇਆ ਸੀ, ਕਹਿੰਦੀ ਕਿ ਵੀਰ ਜੀ ਮੈਂ ਨਾ ਰਾਤ ਸਾਧਨਾ ਕਰਦੀ ਬੜੀਆਂ ਭਿਅੰਕਰ ਕੰਨਾਂ 'ਚ ਆਵਾਜ਼ਾਂ ਆਈਆਂ, ਬਹੁਤ ਉੱਚੀ ਆਵਾਜ਼ਾਂ, ਇੰਨੀਆਂ ਉੱਚੀ ਆਵਾਜ਼ਾਂ ਕਿ ਜਿਵੇਂ ਜਹਾਜ਼ ਚੜਿਆ ਹੋਵੇ। ਮੈਂ ਉਹੀ ਆ, ਉਹ ਜਿਹੜੀ ਇੱਕ ਅਵਸਥਾ ਹੈ ਤੁਹਾਡੀ,
ਕਿਉਂਕਿ ਜਦੋਂ ਤੁਸੀਂ ਵਿਚਾਰ ਮੰਡਲ ਤੋਂ ਅੱਗੇ ਲੰਘਦੇ ਜੋ ਨਾ, ਤੇ ਸਰੀਰ ਜਿਹੜਾ ਜਾਗਰਤ ਅਵਸਥਾ 'ਚ ਜਦੋਂ ਸੌ ਜਾਂਦਾ ਹੈ ਤੇ ਤੁਹਾਨੂੰ ਇੱਕ ਅੱਗੇ ਬੜਾ ਉਹ ਵਾਜਨ ਅਨਹਦ ਤੂਰੇ ਬਾਣੀ 'ਚ ਲਿਖਿਆ ਇੱਕ ਜਗ੍ਹਾ ਤੇ, ਛੋਟੇ ਹੈ ਨਾ ਬੜੇ ਤੂਰੇ ਵੱਜਦੇ ਆ। ਬਿਲਕੁਲ, ਵਾਜੇ ਸ਼ਬਦ ਕਨੇਰੇ, ਕਨੇਰਾ ਵੱਜੂਗਾ, ਬਹੁਤ ਜ਼ੋਰ ਦੀ ਵੱਜੇਗਾ, ਬੱਦਲ ਵਾਂਗੂ ਵੱਜੇਗਾ। ਹਾਂ, ਐਡਾ ਪਾਵਰਫੁਲ ਵਾਜਾ ਵੱਜਦਾ ਹੈ। ਉਹ ਵੱਜੇਗਾ, ਪਹਿਲੀ ਵਾਰੀ ਥੋੜਾ ਜ਼ਿਆਦਾ ਵੱਜੇਗਾ, ਫਿਰ ਦੂਜੀ ਵਾਰੀ ਘਟ ਜਾਏਗਾ, ਤੀਜੀ ਵਾਰੀ ਘਟ ਜਾਏਗਾ, ਇਸ ਤਰ੍ਹਾਂ ਘਟਦਾ ਜਾਏਗਾ। ਉਹ ਜਿਹੜਾ ਵਾਜਾ ਹੈ ਨਾ, ਉਹ ਵਾਜਾ ਹੈਗਾ ਬ੍ਰਹਮ ਦਾ, ਬ੍ਰਹਮਨਾਦ ਕਹਿੰਦੇ ਉਹਨੂੰ ਆਪਾਂ। ਇਹ ਜਿਹੜਾ ਕੰਨਾ ਕੁੰਨਾ ਸੁਣਦਾ, ਇਹ ਅਲੱਗ ਚੀਜ਼ ਆ। ਉਹ ਜਦੋਂ ਬ੍ਰਹਮਨਾਦ ਵੱਜਦਾ ਹੈ, ਉਹ ਇੰਨਾ ਪਾਵਰਫੁਲ ਆ। ਉਹ ਉਸ ਫ੍ਰੀਕੁਐਂਸੀ 'ਚ ਆਪਾਂ ਹਰ ਦਿਨ ਜਾਂਦੇ ਹਾਂ, ਪਰ ਆਪਾਂ ਸੁੱਤੇ ਹੁੰਦੇ ਹਾਂ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਉੱਥੇ ਗਏ ਹਾਂ। ਇਹ ਜਦੋਂ ਤੁਸੀਂ ਭਗਤੀ ਕਰੀ ਜਾਓਗੇ, ਰਾਤ ਨੂੰ ਸੁੱਤਿਆਂ ਹੀ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਉਸ ਮੰਡਲ 'ਚ ਜਾਓਗੇ। ਇਹ ਗੱਲ ਮੇਰੀ ਯਾਦ ਰੱਖਣਾ, ਮੈਂ ਫੇਰ ਕਹਿਣਾ ਚਾਹੁੰਦਾ। ਹੋ ਸਕਦਾ ਹੈ ਤੁਸੀਂ ਸਾਧਨਾ ਦੇ ਟਾਈਮ ਤੇ ਨਾ ਜਾ ਸਕੋ, ਕਿਉਂਕਿ ਉਹ ਥੋੜਾ ਜਿਹਾ ਨਾ ਪਾਵਰਫੁਲ ਚੀਜ਼ ਆ, ਉੱਥੇ ਜਾਣ ਦੇ ਲਈ ਥੋੜੀ ਭਗਤੀ ਚਾਹੀਦੀ ਹੈ। ਪਰ ਕਈ ਵਾਰੀ ਤੁਸੀਂ ਸੁੱਤਿਆਂ ਵੇਖੋਗੇ, ਤੁਸੀਂ ਸੁੱਤੇ ਅੰਦਰੋਂ ਜਾਗਦੇ ਰਹੇ, ਤੁਸੀਂ ਵੇਖੋਗੇ ਇੱਕਦਮ ਤੁਹਾਡਾ ਸਰੀਰ ਦੇ ਨਾਲੋਂ ਕਨੈਕਸ਼ਨ ਟੁੱਟ ਗਿਆ, ਕੱਲੀ ਸੁਰਤੀ ਰਹਿ ਗਈ ਹੈ। ਔਰ ਉਸ ਮੰਡਲ 'ਚ ਜਦੋਂ ਤੁਸੀਂ ਲੰਘੋਗੇ ਨਾ, ਤੁਹਾਡੀ ਸੁਰਤੀ ਨੂੰ ਪਤਾ ਲੱਗ ਜਾਣਾ ਹੈ ਕਿ ਬੜੀਆਂ ਹੀ ਆਵਾਜ਼ਾਂ ਨੇ, ਪਾਵਰਫੁਲ ਆਵਾਜ਼, ਔਰ ਤੁਸੀਂ ਅੱਖਾਂ ਨਹੀਂ ਖੋਲਣੀਆਂ, ਉਸ ਤੋਂ ਵੀ ਅੱਗੇ ਲੰਘ ਜਾਣਾ। ਉਸ ਤੇ ਅੱਗੇ ਜਾਓਗੇ ਨਾ, ਔਰ ਤੁਸੀਂ ਦੇਖੋਗੇ ਕਿ ਹਰ ਰਾਤ ਨੂੰ ਤੁਸੀਂ ਉਸ ਅਵਸਥਾ 'ਚ ਜਾਂਦੇ ਜੋ, ਜਿੱਥੇ ਉਹ ਬਹੁਤ ਹਾਈ ਫ੍ਰੀਕੁਐਂਸੀ ਇੱਕ ਸਾਊਂਡ ਚੱਲ ਰਿਹਾ। ਹਰ ਦਿਨ ਉੱਥੇ ਜਾਣਾ ਜ਼ਰੂਰੀ ਹੈ। ਜੇਕਰ ਤੁਸੀਂ ਰਾਤ ਨੂੰ ਉੱਥੇ ਨਹੀਂ ਜਾਂਦੇ ਨਾ, ਤੇ ਤੁਹਾਡੇ ਮਨ ਦਾ, ਤੁਹਾਡੇ ਚਿੱਤ ਤੋਂ ਬੋਝ ਨਹੀਂ ਉਤਰਨਾ। ਕੋਈ ਪ੍ਰਮਾਤਮਾ ਨੇ ਕੀ ਸਿਸਟਮ ਬਣਾਇਆ, ਮੈਂ ਤਾਂ ਹੈਰਾਨ ਹੋ ਜਾਂਦਾ ਕਈ ਵਾਰੀ। ਉਹ ਬੜੀ ਪਾਵਰਫੁਲ ਆਵਾਜ਼ ਹੈ, ਔਰ ਆਵਾਜ਼ ਦੇ ਵਿੱਚੋਂ ਦੀ ਤੁਸੀਂ ਲੰਘਣਾ ਵਾ, ਅਗਲੇ ਬੰਨੇ ਲੰਘੋਗੇ। ਆਵਾਜ਼ ਤੁਹਾਨੂੰ ਮਤਲਬ ਰੋਕ ਸਕਦੀ ਆ, ਪਰ ਤੁਹਾਨੂੰ ਅੱਗੇ ਲੰਘਣ ਤੋਂ ਮਤਲਬ ਇਹ ਸਟਾਪ ਨਹੀਂ ਕਰ ਸਕਦੀ। ਤੁਹਾਨੂੰ ਪਿੱਛੇ ਭੇਜ ਸਕਦੀ ਹੈ, ਇੱਕ ਦੋ ਵਾਰੀ ਪਿੱਛੇ ਭੇਜ ਦੇਗੀ, ਪਰ ਤੁਹਾਨੂੰ ਰੋਕ ਨਹੀਂ ਸਕਦੀ ਕਿ ਤੁਸੀਂ ਲੰਘ ਨਹੀਂ ਸਕਦੇ। ਉਹ ਸੁਰਤੀ ਤੁਹਾਡੀ ਲੰਘ ਜਾਣੀ ਇੱਕ ਦਿਨ, ਔਰ ਜਦੋਂ ਲੰਘੋਗੇ ਤੇ ਜੋ ਮੈਂ ਕਿਹਾ ਤੁਹਾਨੂੰ ਆਪੇ ਪਤਾ ਲੱਗ ਜਾਏ। ਹਾਂਜੀ, ਠੀਕ ਹੈ ਜੀ, ਇਹ ਅਨੁਭਵ ਦਾ ਵਿਸ਼ਾ ਹੈ। ਇੱਥੇ ਗੱਲ ਕੀਤਾ, ਮੈਂ ਤੁਹਾਨੂੰ ਸਮਝਾ ਸਕਦਾ, ਥੋੜਾ ਬਹੁਤਾ ਹਿੰਟ ਦੇ ਸਕਦਾ, ਬਾਕੀ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਏ। ਤੇ ਇਹ ਹਰ ਦਿਨ ਆਪਾਂ ਜਾਂਦੇ ਹਾਂ ਰਾਤ ਨੂੰ ਸੌਣ ਤੋਂ ਬਾਅਦ, ਪਰ ਬੰਦਾ ਬੇਹੋਸ਼ ਹੁੰਦਾ ਹੈ, ਇਸ ਕਰਕੇ ਬੰਦੇ ਨੂੰ ਪਤਾ ਨਹੀਂ ਲੱਗਦਾ। ਤੇ ਇਹ ਜਿਹੜੀ ਸੁਰਤੀ ਚੜ੍ਹਦੀ ਹੈ, ਇੱਕ ਅਲੱਗ ਚੀਜ਼ ਹੈ। ਜਿਹੜੀ ਤੁਹਾਡੀ ਸੁਰਤੀ ਚੜ੍ਹਦੀ ਹੈ, ਸੁਰਤੀ ਚੜ੍ਹਨ ਤੋਂ ਵੀ ਅੱਗੇ ਹੈ, ਇਹ ਅਗਲੀ ਅਵਸਥਾ ਹੈ। ਇਹ ਵਿਚਾਰ ਮੰਡਲ ਤੋਂ ਵੀ ਅੱਗੇ ਹੈ। ਨਿਜਰ ਸਾਹਿਬ, ਇਹ ਜਿਹੜਾ ਸਪਨ ਦਾ ਟਾਈਮ ਹੈਗਾ ਨਾ, ਸੁਪਨਿਆਂ ਦਾ ਟਾਈਮ, ਉਸ ਤੋਂ ਅਗਲਾ ਮੰਡਲ ਹੈ। ਇਹ ਜਿੱਥੇ ਜਾ ਕੇ ਸੁਰਤੀ ਜਾ ਕੇ ਬ੍ਰਹਮਲੀਨ ਹੋ ਜਾਂਦੀ, ਮਨ ਵੀ ਉੱਥੇ ਬ੍ਰਹਮਲੀਨ ਹੋ ਜਾਂਦਾ, ਚਿੱਤ ਬ੍ਰਹਮਲੀਨ ਹੋ ਜਾਂਦਾ, ਸਾਰਾ ਕੁਝ ਬ੍ਰਹਮ ਹੋ ਜਾਂਦਾ। ਉਸ ਟਾਈਮ ਤੇ ਮਹਾਪਰਲੋ ਆ ਜਾਂਦੀ ਹੈ। ਜਾਗਰਤ ਸਪਨ ਤੇ ਸੁਖਾਪਤੀ ਜਿਹੜੀਆਂ ਨੇ, ਉਹ ਤੁਰੀਆ 'ਚ ਚੱਲ ਜਾਂਦੀਆਂ ਨੇ। ਔਰ ਉਸ ਅਵਸਥਾ ਦੇ ਵਿੱਚ ਜੇ ਤੁਸੀਂ ਚੇਤਨਾ ਬਣਾ ਕੇ ਰੱਖਦੇ ਜੋ, ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਮੈਂ ਕੀ ਕਹਿ ਰਿਹਾ। ਉੱਥੇ ਇਹ ਬਹੁਤ ਉੱਚੀ ਆਵਾਜ਼ ਆ ਰਹੀ ਹੈ, ਨਹੀਂ ਵੀ ਸੁਣੋਗੇ ਕੋਈ ਗੱਲ ਨਹੀਂ ਆ, ਪਰ ਇਹ ਹੈ ਕਿ ਕਈ ਵਾਰੀ ਤੁਹਾਡੀ ਸੁਰਤੀ ਜਦੋਂ ਚੜੇਗੀ, ਤੁਹਾਨੂੰ ਪਤਾ ਲੱਗੇਗਾ ਕਿ ਹਾਂ ਵੀ ਅੱਜ ਮੈਨੂੰ ਉਹ ਆਵਾਜ਼ਾਂ ਸੁਣਾਈ ਦਿੱਤੀਆਂ, ਬਹੁਤ ਪਾਵਰਫੁਲ ਆਵਾਜ਼ਾਂ। ਹਾਂਜੀ ਨਿਜਰ ਸਾਹਿਬ। ਨਾਨਕ ਜਿਹਨੇ ਅੱਖੀ ਲਿੱਤੀਆਂ ਸੋਈ ਸੱਚਾ ਦੇ, ਅੱਗੇ ਪੌੜੀ ਆ ਗਈ ਭਾਈ। ਇਹ ਪੌੜੀ ਦੇ ਵਾਸਤੇ 2 ਸ਼ਲੋਕ ਲੱਗੇ ਸੀਗੇ, ਆ ਚੌਥੀ ਪਾਤਸ਼ਾਹੀ ਦੀ ਪੌੜੀ ਆ। ਪੌੜੀ, ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਭਾਈ, ਇਹ ਸ੍ਰਿਸ਼ਟੀ ਨੂੰ ਕਰਨ ਵਾਲਾ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਸ੍ਰਿਸ਼ਟੀ ਦਾ ਮਾਲਕ, ਕਚਹਿਰੀ ਜਿਹੜੀ ਹੈਗੀ ਉਸੇ ਦਾ ਦੀਵਾਨ ਆ ਭਾਈ। ਉਸੇ ਦੇ ਅੱਗੇ ਫਰਿਆਦ ਕਰਨੀ ਆ। ਜੋ ਵੀ ਤੈਨੂੰ ਮੁਸ਼ਕਲ ਹੈਗੀ, ਮਾਲਕ ਦੇ ਅੱਗੇ ਫਰਿਆਦ ਕਰ ਲਾ ਪਿਆਰਿਆ। ਉਸੇ ਦਾ ਦੀਵਾਨ ਹੈਗਾ, ਉਸੇ ਦਾ ਦੀਵਾਨ ਆ, ਉਹ ਨਹੀਂ ਕਰਨਾ ਹੈਗਾ। ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ, ਹਰ ਇੱਕਸੇ ਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਕਹਿੰਦੇ ਉਸੇ ਦਾ ਅਮਰ ਆ ਭਾਈ, ਉਸੇ ਦਾ ਹੁਕਮ ਚੱਲ ਰਿਹਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ। ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਦੇ ਵਿੱਚ ਗੁਲਾਮ, ਉਸੇ ਦੀ ਗੁਲਾਮ ਹੈ ਸਾਰੀ ਸ੍ਰਿਸ਼ਟੀ। ਉਸੇ ਨੂੰ ਚਿੱਤ ਦੇ ਵਿੱਚ ਧਰ, ਹੋਰ ਕਿਸੇ ਆਕਾਰ ਨੂੰ, ਹੋਰ ਕਿਸੇ ਮਹਾਂਪੁਰਖ ਨੂੰ, ਹੋਰ ਕਿਸੇ ਮੂਰਤੀ ਨੂੰ, ਹੋਰ ਕਿਸੇ ਵੀ ਚੀਜ਼ ਨੂੰ ਚਿੱਤ ਦੇ ਵਿੱਚ ਨਾ ਧਰ ਪਿਆਰਿਆ, ਫਿਰ ਕੱਢਣੀ ਔਖੀ ਹੋ ਜਾਊਗੀ। ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ, ਉਹਨੂੰ ਚਿੱਤ ਦੇ ਵਿੱਚ ਧਰ। ਜਿਵੇਂ ਉਹ ਨਾ ਸੀਗੇ ਜਿਹੜੇ ਹੈਗੇ ਆ ਵਿਵੇਕਾਨੰਦ ਦੇ ਗੁਰੂ,
ਜਿਹੜੇ ਹੈਗੇ ਆ ਕੀ ਉਹਨਾਂ ਦਾ ਨਾਮ ਸੀਗਾ ਆਪਣੇ ਵਿਵੇਕਾਨੰਦ ਦੇ ਗੁਰੂ ਸਵਾਮੀ ਸੀਗੇ ਰਾਮਾਨੰਦ ਨਹੀਂ ਰਾਮਾਨੰਦ ਨਹੀਂ, ਵਿਵੇਕਾਨੰਦ ਜੀ ਦੇ ਗੁਰੂ ਆ ਹੁਣੇ ਹੋਏ ਆ ਜੀ। ਵਿਵੇਕਾਨੰਦ ਜਿਹੜਾ ਹੈਗਾ ਉਹਨਾਂ ਦੇ ਗੁਰੂ ਸੀਗੇ, ਉਹ ਬੰਗਾਲ ਦੇ ਸੀਗੇ। ਉਹਨਾਂ ਨੂੰ ਕਾਲੀ ਦੀ ਪੂਜਾ ਕਰਦੇ ਸੀ। ਉਹ ਕਾਲੀ ਜਿਹੜੀ ਹੈਗੀ ਉਹਨੂੰ ਉਹਨਾਂ ਦੇ ਉਹਦੇ ਵਿੱਚ ਕਾਲੀ ਜਿਹੜੀ ਹਮੇਸ਼ਾ ਕਾਲੀ ਦਾ ਧਿਆਨ ਧਰਦੇ ਸੀਗੇ ਅਤੇ ਕਾਲੀ ਉਹਨਾਂ ਦੇ ਪ੍ਰਗਟ ਹੋ ਗਈ। ਅਤੇ ਉਹ ਖੜਕ ਸਿੰਘ ਜਿਹੜੇ ਸੀ ਉਹਨਾਂ ਨੂੰ ਮਿਲੇ ਅਤੇ ਉਹ ਨਿਰਾਕਾਰ ਦੀ ਪੂਜਾ ਕਰਦੇ ਸੀਗੇ। ਅਤੇ ਉਹ ਕਹਿੰਦੇ ਮੈਂ ਤਾਂ ਤੁਹਾਡੀ ਅਵਸਥਾ ਤੱਕ ਮੈਂ ਪਹੁੰਚ ਹੀ ਨਹੀਂ ਸਕਦਾ, ਮੈਨੂੰ ਤਾਂ ਕਾਲੀ ਜਿਹੜੀ ਹੈਗੀ ਆ ਕਾਲੀ ਦੇ ਬਸ ਕਾਲੀ ਪ੍ਰਗਟ ਹੋ ਜਾਂਦੀ ਹੈ। ਕਹਿੰਦੇ ਮੈਂ ਇਹਨੂੰ ਕਿਵੇਂ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਭਾਈ ਉਹ ਮਾਲਕ ਪਰਮਾਤਮਾ ਦਾ ਨਿਰਾਕਾਰ ਹੈਗਾ। ਕਹਿੰਦੇ ਵੀ ਫਿਰ ਮੈਂ ਇਹ ਕਾਲੀ ਜਿਹੜੀ ਹੈਗੀ ਆ ਇਹਨੂੰ ਮੈਂ ਕਿਵੇਂ ਹਟਾਵਾਂ। ਕਹਿੰਦੇ ਕਾਲੀ ਪੈਦਾ ਕਿਵੇਂ ਕੀਤੀ ਸੀ। ਕਹਿੰਦੇ ਮੈਂ ਜਿਹੜਾ ਹੈਗਾ ਇਹਦੀ ਭਗਤੀ ਕਰਕੇ ਪੈਦਾ ਕੀਤੀ ਸੀ। ਸੁੰਨ ਚੋਂ ਹੀ ਕਾਲੀ ਪੈਦਾ ਹੋਈ ਸੀ। ਕਹਿੰਦੇ ਸੁੰਨ ਚੋਂ ਹੀ ਤਲਵਾਰ ਚੱਕ ਲਾ, ਖੜਗ ਲੈ ਲਾ, ਫਿਰ ਕਾਲੀ ਨੂੰ ਗਲਾ ਵੱਢ ਦੇ ਕਾਲੀ ਦਾ ਅਤੇ ਆਪਣੇ ਆਪ ਜਿਹੜੀ ਹੈਗੀ ਆ ਇਹ ਚਲੇ ਜਾਏਗੀ। ਇਸ ਤਰੀਕੇ ਦੇ ਨਾਲ ਭਾਈ ਜਿਹਦੀ ਆਪਾਂ ਭਗਤੀ ਕਰਦੇ ਹਾਂ ਉਸੇ ਤੱਕ ਹੀ ਆਪਣੀ ਯਾਤਰਾ ਹੋਣੀ ਹੈ। ਅਤੇ ਇਸ ਕਰਕੇ ਪਹਿਲਾਂ ਹੀ ਟਾਰਗੇਟ ਆਪਾਂ ਨਾ ਉੱਚਾ ਰੱਖੀਏ ਭਾਈ। ਹਰ ਇੱਕੋ ਕਰਤਾ ਇੱਕੋ ਦੀਵਾਨ ਹਰ ਇਕਸੇ ਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਕਹਿੰਦੇ ਉਸੇ ਨੂੰ ਚਿੱਤ ਧਰ, ਉਸੇ ਦੀ ਭਗਤੀ ਕਰ। ਹਰ ਤਿਸ ਬਿਨ ਕੋਈ ਨਾਹੇ ਡਰ ਪਰਮ ਭਾਉ ਦੂਰ ਕਰ। ਕਹਿੰਦੇ ਉਸ ਤੋਂ ਇਲਾਵਾ ਕੋਈ ਮਾਲਕ ਨਹੀਂ ਔਰ ਤੇਰੇ ਅੰਦਰ ਬੈਠਾ ਹੋਇਆ। ਤੈਨੂੰ ਕਾਹਦਾ ਡਰ ਹੈਗਾ, ਤੈਨੂੰ ਕਾਹਦਾ ਭਰਮ ਹੈਗਾ, ਇਹ ਦੂਰ ਕਰ ਦੇ ਸਾਰਾ ਤੇਰਾ ਡਰ ਔਰ ਭਰਮ, ਇਹ ਮਾਇਆ। ਹਰ ਤਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਹਰ ਘਰ। ਉਸੇ ਨੂੰ ਸਲਾਹ ਜਿਹੜਾ ਤੈਨੂੰ ਹਰ ਵੇਲੇ ਹਰੇਕ ਜਗ੍ਹਾ 'ਤੇ ਜਿਹੜਾ ਹੈਗਾ ਤੇਰੀ ਰਕਸ਼ਾ ਕਰੂਗਾ ਜੇ ਤੂੰ ਉਹਦੇ ਵੱਲ ਨੂੰ ਹੱਥ ਕਰੇਗਾ। ਨਹੀਂ ਤਾਂ ਮਾਲਕ ਕਹਿੰਦਾ ਵੀ ਮੇਰੀ ਗੇਮ ਐਸੀ ਨਹੀਂ ਹੈਗੀ ਆ, ਜਦ ਤੱਕ ਕੋਈ ਪੁਕਾਰਦਾ ਨਹੀਂ ਹੈ ਮੈਂ ਹੈਲਪ ਨਹੀਂ ਦਿੰਦਾ ਭਾਈ, ਮੈਂ ਉਹਦੀ ਸਾਈਡ ਨਹੀਂ ਲੈਂਦਾ। ਜਦ ਤੱਕ ਜੇ ਕੋਈ ਮੈਨੂੰ ਕਹਿੰਦਾ ਮੈਨੂੰ ਪ੍ਰੋਬਲਮ ਹੈ, ਮੈਂ ਤੇਰੇ ਵੱਲ ਆਉਣਾ ਚਾਹੁੰਦਾ, ਤਾਂ ਫਿਰ ਮੈਂ ਉਹਨੂੰ ਬ੍ਰਹਮ ਗਿਆਨ ਦੇ ਦਿੰਦਾ, ਵਿਵੇਕ ਬੁੱਧੀ ਦੇ ਦਿੰਦਾ। ਕਹਿੰਦੇ ਉਸੇ ਨੂੰ ਸਲਾਹ ਜਿਹੜਾ ਤੈਨੂੰ ਅੰਦਰ ਬਾਹਰ ਹਰ ਜਗ੍ਹਾ 'ਤੇ ਤੇਰੀ ਰਕਸ਼ਾ ਕਰਦਾ ਹੈ। ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪੇ ਭਾਉ ਬਿਖਮ ਧਰ। ਜਿਹਦੇ ਉੱਤੇ ਉਹ ਮਾਲਕ ਦਿਆਲ ਹੁੰਦਾ ਹੈ, ਜਿਹੜਾ ਦਇਆ ਮੰਗਦਾ ਹੈ ਉਸ 'ਤੇ ਦਿਆਲ ਹੋ ਜਾਂਦਾ ਹੈ। ਅਤੇ ਕਹਿੰਦੇ ਫਿਰ ਪਰਮੇਸ਼ਰ ਦਾ ਧਿਆਨ ਸਿਮਰਨ ਕਰਕੇ ਆਹ ਜਿਹੜਾ ਬਿਖਮ ਕਹਿੰਦੇ ਨਾ ਤਰਿਆ ਜਾਣ ਵਾਲਾ ਦੁੱਤਰ ਸੰਸਾਰ ਸਮੁੰਦਰ ਜਿਹੜਾ ਹੈਗਾ ਇਹ ਉਹਨੂੰ ਮਾਇਆ ਦਾ ਭਾਉ ਮਤਲਬ ਮਾਇਆ ਦਾ ਉਹ ਤਰ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਾ ਸਾਹਿਬ ਰਾਮ ਕ੍ਰਿਸ਼ਨ ਪਰਮਹੰਸ ਜੀ ਉਸ ਨਾਲ। ਹਾਂ ਰਾਮ ਕ੍ਰਿਸ਼ਨ ਪਰਮਹੰਸ ਬਿਲਕੁਲ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ ਕਹਿੰਦੇ ਹਰ ਇੱਕੋ ਕਰਤਾ ਇੱਕੋ ਦੀਵਾਨ ਹਰ। ਹੁਣ ਪਰਮਾਤਮਾ ਇੱਕੋ ਹੀ ਕਰਤਾ ਵਾ, ਇੱਕੋ ਹੀ ਨੇ ਦੀਵਾਨ ਲਗਾਇਆ। ਦੇਖੋ ਇਹ ਸ਼ਕਤੀਆਂ ਜਿਹੜੀਆਂ ਆਪਾਂ ਬਣਾਈ ਜਾਂਦੇ ਨਾ ਆਪਣੇ ਕੋਲੋਂ, ਇਹ ਸਾਡੇ ਸਭ ਲੋਕਾਂ ਨੇ ਕਹਿਤਾ ਅਸੀਂ ਮੰਨ ਲਿਆ, ਕਿਉਂਕਿ ਪਰਮਾਤਮਾ ਦੀ ਮੂਰਤੀ ਬਣਾਉਣੀ ਬੜੀ ਔਖੀ ਆ। ਇਸ ਕਰਕੇ ਲੋਕੀ ਪਰਮਾਤਮਾ ਦੀ ਮੂਰਤੀ ਨਹੀਂ ਬਣਾਉਂਦੇ। ਕਿਸੇ ਦੇਵੀ ਦੇਵਤੇ ਦੀ, ਕਿਸੇ ਗੁਰੂ ਦੀ, ਕਿਸੇ ਪੀਰ ਪੈਗੰਬਰ ਦੀ ਫੋਟੋ ਬਣਾਉਣੀ ਬਹੁਤ ਆਸਾਨ ਹੈ। ਜੇ ਕਹੀਏ ਕਿ ਪਰਮਾਤਮਾ ਦੀ ਫੋਟੋ ਬਣਾ ਦਈਏ ਔਖਾ ਕੰਮ ਹੈ। ਇਸ ਕਰਕੇ ਪਰਮਾਤਮਾ ਦੀ ਮੂਰਤੀ ਤੁਹਾਨੂੰ ਨਹੀਂ ਮਿਲੇਗੀ। ਨਜ਼ਰ ਸਾਹਿਬ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਔਰ ਜਿਹੜਾ ਹੈਗਾ ਔਰ ਇਨਸਾਨ ਜਿਹੜਾ ਹੈਗਾ ਨਾ ਇਹ ਆਕਾਰ ਦਾ ਧਿਆਨ ਧਰਨਾ ਬਹੁਤ ਈਜ਼ੀ ਹੈਗਾ, ਸਾਹਮਣੇ ਹੈਗਾ। ਨਿਰਾਕਾਰ ਦਾ ਧਿਆਨ ਧਰਨਾ ਬਹੁਤ ਮੁਸ਼ਕਿਲ ਹੈਗਾ। ਹਾਂਜੀ ਵੀਰ ਜੀ। ਹਾਂ ਤੇ ਇਸ ਕਰਕੇ ਪਰਮਾਤਮਾ ਦੇ ਵੱਲ ਕੋਈ ਜਾਂਦੇ ਨਹੀਂ ਹੈ। ਪਰ ਬਾਣੀ ਕਹਿੰਦੀ ਹੈ ਜੇ ਕੁਝ ਕਰਨਾ ਵੀ ਹੈ ਤਾਂ ਉਧਰ ਕਰ। ਹਾਂ ਕਿਉਂਕਿ ਉਧਰ ਹੀ ਜਾਣਾ, ਫਾਇਦਾ ਹੋਰ ਕੋਈ ਨਹੀਂ ਹੈਗਾ। ਕਹਿੰਦੇ ਹਰ ਇਕਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ। ਆਹੋ ਕਹਿੰਦੇ ਇੱਕੋ ਤੇ ਚਿੱਤ ਧਰਨਾ ਪੈਣਾ ਤੈਨੂੰ। ਜਿੱਥੇ ਤੂੰ ਧਰ ਕੇ ਬੈਠਾ ਉੱਥੇ ਫਾਇਦਾ ਨਹੀਂ ਹੈਗਾ। ਬਿਲਕੁਲ। ਕਿਉਂਕਿ ਇਹ ਕੋਈ ਗੇਮ ਜਿਹੜੀ ਹੈਗੀ ਆ ਉਹਦੇ ਹੱਥ 'ਚ ਨਹੀਂ ਹੈਗੀ। ਜਿੱਥੇ ਤੂੰ ਬੈਠਾ ਤੈਨੂੰ ਕੀ ਪਤਾ ਉੱਥੇ ਕੀ ਆ। ਇਸ ਕਰਕੇ ਕਹਿੰਦੇ ਕਿ ਮੈਂ ਗਲਤ ਜਗ੍ਹਾ ਤੇ ਨਾ ਬਹਿ। ਪਰ ਕਈ ਲੋਕ ਤੁਹਾਨੂੰ ਮਿਲ ਗਏ ਐਸੇ ਬਾਬੇ ਗੁਰੂ ਬਣ ਕੇ ਬੈਠੇ ਨੇ, ਉਹ ਕਹਿੰਦੇ ਸਾਡੀ ਫੋਟੋ ਦਾ ਧਿਆਨ ਕਰੋ। ਪਰ ਗੁਰੂ ਗ੍ਰੰਥ ਸਾਹਿਬ 'ਚ ਏਦਾਂ ਕੁਛ ਵੀ ਨਹੀਂ ਲਿਖਿਆ। ਆਪ ਜਸਟ ਦੇਖੋ ਇਹਦੇ ਵਿੱਚ ਗੁਰੂਆਂ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਨਾ। ਨਾ ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਤਕਨੀਕ ਫਿਰ ਕਿੱਥੋਂ ਆਈ ਆ?
ਇਹ ਬਸ ਚਲਾਤੀ ਇਹਨਾਂ ਨੇ ਲੋਕੀ ਆਪਾਂ ਵਿਚਾਰਦੇ ਨਹੀਂ ਆ, ਸਾਨੂੰ ਹੀ ਕਮਲਾ ਕੀਤਾ ਹੋਇਆ ਇਹਨਾਂ ਨੇ। ਬਾਣੀ ਚ ਇੱਕ ਦੋ ਵੀ ਦੱਸੀ, ਇੱਧਰ ਬਾਣੀ ਦੱਸਿਆ ਕਿ 5-6 ਅੱਖਰਾਂ ਦਾ ਨਾਮ ਮਿਲੂਗਾ। ਬਾਬਾ ਹੋਣਾ ਚਾਹੀਦਾ ਕਿ ਜਿਹੜਾ ਧੁਨ ਦਾ ਗਿਆਨੀ ਹੋਵੇ, ਤੇ ਪਤਾ ਨਹੀਂ ਗੱਲਾਂ ਬਣਾਈਆਂ ਤੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਸਟ ਐਵੇਂ ਬੱਚਿਆਂ ਦਾ ਕੰਮ ਆ। ਔਰ ਵੇਖੋ ਕਿੰਨੀ ਦੁਨੀਆ ਉੱਥੇ ਲੱਗੀ ਫਿਰਦੀ ਹੈ। ਕਿਉਂ? ਕਿਉਂਕਿ ਉਹ ਆਸਾਨ ਹੈ ਨਾ, ਉੱਥੇ ਨਾਮ ਲੈ ਉਹ ਤੇ ਗੱਲ ਖਤਮ ਹੋ ਗਈ ਆ। ਜਿਹੜਾ ਬਾਣੀ ਚ ਲਿਖਿਆ ਕੁਛ ਵੀ ਕਰਨ ਦੀ ਲੋੜ ਨਹੀਂ, ਛੱਡ ਦੋ। ਉਹ ਕਹਿੰਦੇ ਬਾਬਾ ਟੈਨਸ਼ਨ ਚੁੱਕ ਲੈਂਦਾ, ਕਹਿੰਦਾ ਮੇਰੀ ਜ਼ਿੰਮੇਵਾਰੀ ਹੈ, ਬਸ ਤੁਸੀਂ ਛੱਡ ਦੋ। ਇਹ ਕਰਕੇ ਬੰਦੇ ਇਹੋ ਹੀ ਚਾਹੁੰਦੇ ਨੇ ਕਿ ਰੁਪਈਆ 500-700 ਕਿਸੇ ਨੂੰ ਦੇ ਦਿਓ, ਪਾਠ ਵੀ ਕੋਈ ਉਹਨਾਂ ਦੀ ਜਗ੍ਹਾ ਤੇ ਕਰ ਦੇ, ਪਰ ਇਹ ਪੋਸੀਬਲ ਨਹੀਂ ਹੈਗਾ। ਆਪ ਨਿਜਾ ਸਾਹਿਬ ਬਾਣੀ ਕਦੋਂ ਦੀ ਪੜ੍ਹਦੇ, ਜੋ ਕੁਝ ਲਿਖਿਆ ਕਿ ਬਾਣੀ ਦੇ ਵਿੱਚ ਕਿ ਕਿਸੇ ਨੂੰ ਪੈਸੇ ਦੇ ਦਿਓ ਤੇ ਤੁਹਾਡੀ ਜਗ੍ਹਾ ਤੇ ਉਹ ਪਾਠ ਕਰ ਦੇਗਾ, ਤੁਹਾਡੀ ਜਗ੍ਹਾ ਤੇ ਅਰਦਾਸ ਕਰ ਦੇਗਾ, ਤੁਹਾਡਾ ਮਸਲਾ ਹੱਲ ਹੋ ਜਾਏਗਾ। ਕੋਈ ਹੈਗੀ ਏਦਾਂ ਦੀ ਕੋਈ ਤੁਕ ਲਿਖੀ ਮਿਲੀ ਤੁਹਾਨੂੰ ਕਿਤੇ? ਵੀਰ ਜੀ ਮੈਨੂੰ ਇੱਕ ਗੱਲ ਦੱਸੋ ਬਈ, ਜਿਹੜਾ ਹੈਗਾ ਬਈ ਆਪਾਂ ਜਿਹੜਾ ਹੈਗਾ ਪੜ੍ਹਾਈ ਨਾ ਕਰੀਏ ਤੇ ਫਿਰ ਕੋਈ ਹੋਰ ਪੜ੍ਹਾਈ ਕਰੇ ਆਪਣੀ ਜਗ੍ਹਾ ਤੇ ਡਾਕਟਰ ਆਪਾਂ ਬਣ ਜਾਈਏ ਤੇ ਆਪਰੇਸ਼ਨ ਆਪਾਂ ਕਰ ਲਈਏ, ਹੋ ਜਾਊਗਾ ਇਸ ਤਰ੍ਹਾਂ? ਪਰ ਨਿਜਾ ਸਾਹਿਬ ਲੋਕ ਮੰਨਦੇ ਤਾਂ ਹੈ ਨਾ ਇਹ ਚੀਜ਼। ਬਿਲਕੁਲ, ਗੱਲ ਤਾਂ ਇਹੀ ਹੈ ਨਾ, ਫਿਰ ਇਹੀ ਤਾਂ ਹਨੇਰਾ ਹੈਗਾ। ਹਾਂ, ਬਾਣੀ ਇਹ ਲੋਕੀ ਇਹ ਚੀਜ਼ ਬਿਲੀਵ ਕਰਦੇ ਨੇ। ਲੋਕੀ ਤੇ ਇੱਥੋਂ ਤੱਕ ਬਿਲੀਵ ਕਰਦੇ ਨੇ ਕਿ ਤੁਸੀਂ ਦਵਾਈ ਖਾ ਲਓ ਤੇ ਅਸੀਂ ਠੀਕ ਹੋ ਜਾਵਾਂਗੇ। ਇਹ ਫਿਰ ਬੇਵਕੂਫੀ ਹੈ, ਅਗਿਆਨ ਹੈ, ਭਰਮ ਹੈ। ਫਿਰ ਉਹ ਕਹਿੰਦੇ ਨੇ ਇੱਕੋ ਪਰਮਾਤਮਾ, ਉਹਦੇ ਵਿੱਚ ਹੀ ਧਿਆਨ ਧਰਨਾ ਹੈ, ਹੋਰ ਇੱਧਰ ਉੱਧਰ ਨਹੀਂ। ਕਿਉਂਕਿ ਜੋ ਇੱਥੇ ਵੀ ਧਿਆਨ ਰੱਖੇਗਾ ਉਹ ਆਕਾਰ ਹੈ, ਪਰਮਾਤਮਾ ਨਹੀਂ ਹੈ। ਪਰਮਾਤਮਾ ਨਿਰਾਕਾਰ ਹੈ, ਔਰ ਨਿਰਾਕਾਰ ਦੇ ਵਿੱਚ ਧਿਆਨ ਲੈ ਕੇ ਜਾਏਗਾ ਤਾਂ ਹੀ ਤੇਰੀ ਬੁੱਧੀ ਨੇ ਸ਼ੁੱਧ ਹੋਣਾ ਹੀ। ਜੇਕਰ ਤੂੰ ਆਕਾਰ 'ਚ ਬੈਠਾ ਰਿਹਾ, ਤੇਰੇ ਮਨ ਨੇ ਅੰਤਰਮੁਖੀ ਨਹੀਂ ਹੋਣਾ, ਤੇਰੇ ਮਨ ਨੇ ਬ੍ਰਹਮ ਨਹੀਂ ਬਣਨਾ, ਜੋਤੀ 'ਚ ਜੋਤ ਨਹੀਂ ਰਲਣੀ। ਹਾਂਜੀ, ਕਿਸੇ ਨੇ ਨਾ ਗੋਰਖੀ ਸਾਹਿਬ ਇੱਕ ਤੁਕ ਪਾਈ ਆ ਤੇ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ। ਪਿਆਰਿਓ, ਗੁਰੂ ਦੀ ਮੂਰਤ ਜਿਹੜੀ ਹੈ, ਗੁਰੂ ਦੀ ਮੂਰਤ ਜਿਹੜੀ ਹੈਗੀ ਆ ਉਹ ਗੁਰੂ ਦਾ ਗਿਆਨ ਆ। ਗੁਰੂ ਦੀ ਮੂਰਤ ਜਿਹੜੀ ਆ, ਗੁਰੂ ਤਾਂ ਜਿਹੜੇ ਹੈਗੇ ਆ ਉਹ ਤਾਂ ਬ੍ਰਹਮ ਗਿਆਨੀ ਹੈ। ਉਹ ਤਾਂ ਆਕਾਰ ਤੋਂ ਉੱਪਰ ਉੱਠ ਗਏ ਤਾਂ ਗੁਰੂ ਬਣਦੇ ਆ। ਤੇ ਉਹਨਾਂ ਦੀ ਮੂਰਤ ਕੀ ਹੈ? ਉਹਨਾਂ ਦਾ ਗਿਆਨ ਹੈ ਭਾਈ, ਉਹਨਾਂ ਦੀ ਮੂਰਤ ਉਸੇ ਨੂੰ ਮਨ 'ਚ ਵਸਾ ਲਈਏ ਤੇ ਗੱਲ ਬਣ ਜਾਣੀ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਹੁਣ ਅਗਲੇ ਬੰਨੇ ਦੇਖੋ। ਹਾਂ ਨਿਜਾ ਸਾਹਿਬ, ਅਗਲੀ ਤੋਂ ਬੋਲੋ। ਹਾਂ, ਕਹਿੰਦੇ ਹਰ ਤਿਸ ਬਿਨ ਕੋਈ ਨਾਹੇ, ਡਰ ਭਰਮ ਪਾਓ ਦੂਰ ਕਰ। ਕਹਿੰਦੇ ਜੇ ਉਹ ਮਾਲਕ ਪਰਮਾਤਮਾ ਚਿੱਤ 'ਚ ਧਰ ਲਿਆ, ਪਹਿਲੇ ਕਹਿੰਦੇ ਹਰ ਇੱਕਸੇ ਦਾ ਹੈ ਅਮਰ, ਉਸੇ ਦਾ ਹੁਕਮ ਹੈਗਾ ਚੱਲ ਰਿਹਾ ਸ੍ਰਿਸ਼ਟੀ ਦੇ ਵਿੱਚ, ਤੇ ਇੱਕੋ ਹਰ ਚਿੱਤ ਧਰ। ਜਿਹਨੇ ਚਿੱਤ 'ਚ ਧਰਿਆ, ਹੁਣ ਉਹ ਮਾਲਕ ਨੂੰ ਚਿੱਤ 'ਚ ਕਿਵੇਂ ਧਰੇ? ਚਿੱਤ 'ਚ ਧਰਨਾ ਹੈ ਤੇ ਉਹਦਾ ਧਿਆਨ ਹੈ ਭਾਈ, ਉਹ ਸੁਣਨ ਦੇ ਵਿੱਚ ਬੈਠਣਾ ਹੈ, ਉਹਦਾ ਧਿਆਨ ਆ, ਉਹ ਭਗਤੀ ਕਰਨੀ। ਤੇ ਜਿਹਨੇ ਉਹ ਸ਼ੁਰੂ ਕਰਤੀ, ਫਿਰ ਉਹਦਾ ਜਿਹੜਾ ਹੈਗਾ ਹਰ ਤਿਸ ਬਿਨ ਕੋਈ ਨਾ ਹੈ, ਡਰ ਭਰਮ ਭਉ ਦੂਰ ਕਰ। ਫਿਰ ਆਪਾਂ ਉਹਦੀ ਸ਼ਰਨ ਦੇ ਵਿੱਚ ਚਲੇ ਗਏ, ਉਸ ਤੋਂ ਇਲਾਵਾ ਕੋਈ ਹੈ ਨਹੀਂਗਾ। ਫਿਰ ਡਰ ਕਿੱਥੋਂ ਰਹਿ ਜਾਊਗਾ? ਮਾਇਆ ਕਿੱਥੋਂ ਰਹਿ ਜਾਊਗੀ? ਤੇ ਕਹਿੰਦੇ ਆ ਡਰ ਤੇ ਮਾਇਆ ਦਾ ਭਰਮ, ਧੋਖਾ, ਟਰੈਪ ਜਿਹੜੀ ਹੈ, ਇਹਨੂੰ ਦੂਰ ਕਰ ਲਾ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਉਹ ਫੇਰ ਆਪਾਂ ਨੂੰ ਸਮਝਾ ਰਹੇ ਨੇ ਗੱਲ। ਵੇਖੋ ਨੁਕਤੇ ਦੀ ਕੀਤੀ ਹੈ। ਕਹਿੰਦੇ ਉੱਪਰ ਕਹਿ ਰਹੇ ਨੇ ਕਿ ਹਰ ਇੱਕੋ ਆ, ਉਹਦੇ 'ਚ ਚਿੱਤ ਧਰਨਾ। ਫਿਰ ਅਗਲੇ ਬੰਨੇ ਕਹਿੰਦੇ ਆ ਕਿ ਹਰ ਤਿਸ ਬਿਨ ਕੋਈ ਨਹੀਂ, ਪਰਮਾਤਮਾ ਦੇ ਬਿਨਾਂ ਕੋਈ ਨਹੀਂ ਹੈਗਾ। ਇਹ ਜੇ ਤੇਰੇ ਮਨ 'ਚ ਕਿਸੇ ਨੇ ਪਾਤਾ ਵਾ, ਭਰਮ ਪਾਤਾ ਵਾ, ਡਰ ਪਾਤਾ ਵਾ, ਭਾਉ ਪਾਤਾ ਵਾ, ਉਹਨੂੰ ਦੂਰ ਕਰ। ਲੋਕੀ ਤਾਂ ਕਹਿੰਦੇ ਨੇ ਕਿ ਬਈ ਤੂੰ ਇਹ ਕੰਮ ਛੱਡਤਾ ਨਾ ਤੇ ਤੇਰਾ ਨੁਕਸਾਨ ਹੋ ਜਾਣਾ ਹੈ। ਹੁਣ ਆਪਣੇ ਗਰੁੱਪ 'ਚ ਇੱਕ ਵੀਰ ਹੈਗਾ ਵਾ, ਤੇ ਉਹ ਨਾਂ ਨਹੀਂ ਲੈਣਾ, ਤੇ ਉਹਨਾਂ ਦੀ ਮਾਤਾ ਕਹਿੰਦੀ ਪੁੱਤ ਏਦਾਂ ਕਰੋ ਕਿ ਤੁਸੀਂ ਉੱਥੇ ਜਿੱਥੇ ਆਪਾਂ ਜਾਂਦੇ ਸੀ, ਉੱਥੇ ਬਾਬੇ ਨੇ ਤੇ ਮਿਹਰ ਕੀਤੀ ਸੀ ਤੇ ਆਪਣੇ ਘਰ 'ਚ ਇੰਨੇ ਭਾਗ ਲੱਗੇ ਸੀ ਤੇ ਤੁਸੀਂ ਉੱਥੇ ਨਹੀਂ ਗਏ, ਤੇ ਹੁਣ ਤੁਸੀਂ ਆਹ ਨਵੀਂ ਸਾਧਨਾ ਸ਼ੁਰੂ ਕਰਤੀ ਆ ਤੇ ਤੇਰਾ ਨੁਕਸਾਨ ਹੋ ਜਾਣਾ। ਕਿਉਂਕਿ ਬਾਬੇ ਨੇ ਵਹਿਮ ਪਾਤਾ ਸੀ ਨਾ, ਡਰ ਪਾਤਾ ਸੀ। ਤੇ ਹੁਣ ਉਹ ਵਿਚਾਰਾ ਇੱਥੇ ਸਾਧਨਾ ਕਰਦਾ ਹੈ, ਕੰਮ ਵੱਧ ਗਿਆ, ਨਿਜਾ ਸਾਹਿਬ ਦੁੱਗਣਾ ਤਿੱਗਣਾ ਵੱਧ ਗਿਆ। ਤੇ ਹੁਣ ਉਹਦੀ ਮਾਤਾ ਕਹਿੰਦੀ ਨਹੀਂ ਇਹ ਵੀ ਸਹੀ ਹੈ ਸੰਗਤ। ਕਹਿਣ ਤੋਂ ਭਾਵ ਆ ਕਿ ਇਨਸਾਨ ਨੂੰ ਡਰਾ ਦਿੰਦੇ ਨੇ ਲੋਕ। ਤੁਸੀਂ ਇਹਨਾਂ ਲੋਕਾਂ ਕੋਲ ਚਲ ਗਏ ਨਾ, ਇਹਨਾਂ ਲੋਕਾਂ ਨੇ ਤੁਹਾਡੀ ਜਿਹੜੀ ਬੁੱਧੀ ਹੈ ਨਾ, ਉਹ ਤੇ ਇਹਨਾਂ ਨੇ ਪਰਦਾ ਪਾ ਦੇਣਾ। ਐਸੀਆਂ ਕਹਾਣੀਆਂ
ਇਹਨਾਂ ਫਿਰ ਬਾਣੀ ਦੀਆਂ ਤੁਕਾਂ ਕੱਢਣੀਆਂ ਨੇ ਕਿ ਗੁਰੂ ਤੋਂ ਬਿਨਾਂ ਜਿਹੜਾ ਬੜਾ ਹਨੇਰਾ ਹੈ, ਅੱਗੇ ਦਿਖਣਾ ਕੁਛ ਨਹੀਂ ਆ। ਤੇ ਗੁਰੂ, ਜੇ ਗੁਰੂ ਖੁਦ ਹਨੇਰੇ 'ਚ ਬੈਠਾ, ਤੁਹਾਨੂੰ ਪ੍ਰਕਾਸ਼ 'ਚ ਕਿੱਥੋਂ ਲੈ ਜਾਊਗਾ? ਗੁਰੂ ਦਾ ਗਿਆਨ ਹੈਗਾ ਗੁਰਕੀ ਸਾਹਿਬ, ਗੁਰੂ ਦਾ ਗਿਆਨ ਨੇ ਕੰਮ ਕਰਨਾ ਹੈ। ਗੁਰੂ ਨੇ ਫਿਜ਼ੀਕਲੀ ਥੋੜੀ ਨਾ ਤੁਹਾਨੂੰ, ਫਿਜ਼ੀਕਲੀ ਕਿਵੇਂ ਤਾਰ ਦੂਗਾ, ਆਪਣੇ ਅੰਦਰ ਕਿਵੇਂ ਵੜ ਜਾਊਗਾ ਗੁਰੂ, ਦੱਸ ਦਿਓ ਮੈਨੂੰ। ਨਹੀਂ, ਮੈਂ ਤੇ ਕਹਿੰਦਾ ਵਾਂ, ਮੈਂ ਤੇ ਕਹਿੰਦਾ ਕਿ ਜੇ ਗੁਰੂ ਤੁਹਾਨੂੰ ਕਹਿੰਦਾ ਕਿ ਆਓ ਕਿਤਾਬ ਪੜ੍ਹ ਲਓ, ਪਾਣੀ ਤੇ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ, ਇੱਥੇ ਬੈਠੇ ਰਹੋ ਮੇਰੇ ਨਾਲ, ਜਦੋਂ ਹੜ ਆਊਗਾ ਫਿਰ ਛਾਲ ਮਾਰ ਕੇ ਤੈਰਨਾ ਸ਼ੁਰੂ ਕਰ ਦਿਓ। ਤੇ ਜੇ ਉਹ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਤੇ ਤੁਸੀਂ ਇਹ ਭਵ ਸਾਗਰ ਤੋਂ ਕਿੱਥੋਂ ਪਾਰ ਲੰਘ ਜਾਓਗੇ? ਤੇ ਬਾਣੀ ਇਹੋ ਕਹਿੰਦੀ ਆ ਕਿ ਭਰਮ ਜਿਹੜਾ ਹੈਗਾ, ਡਰ ਪਾਤਾ ਤੇਰੇ ਅੰਦਰ, ਇਹਨੂੰ ਦੂਰ ਕਰ, ਕਿਉਂਕਿ ਪ੍ਰਮਾਤਮਾ ਇੱਕੋ ਵਾ। ਬਸ ਇਹ ਤੇਰੇ ਮਨ 'ਚ ਇਹਨਾਂ ਲੋਕਾਂ ਨੇ ਵਹਿਮ ਪਾਤੇ, ਕਿਉਂਕਿ ਲੋਕਾਂ ਨੇ ਦਾਲ ਫੁਲਕੇ ਦਾ ਸਾਧਨ ਬਣਾਇਆ। ਤੇ ਪ੍ਰਮਾਤਮਾ ਲਈ ਏਦਾਂ ਨਹੀਂ, ਕੋਈ ਲੋਕੀ ਮੂੰਹ ਨਹੀਂ ਕਰਦਾ, ਕੋਈ ਕਿਸੇ ਵੀ ਬਾਬੇ ਨੂੰ ਕਹੋ ਕਿ ਪ੍ਰਮਾਤਮਾ ਦੇ ਬਾਰੇ ਦੱਸ, ਉਹ ਕਹਿੰਦਾ ਇੱਧਰ ਉੱਧਰ ਕਹਾਣੀਆਂ ਕੁਣੀਆਂ ਸੁਣ ਲਓ, ਇਤਿਹਾਸ ਸੁਣ ਲਓ, ਇੱਧਰ ਤੁਸੀਂ ਗੱਲਾਂ ਸੁਣ ਲਓ, ਇੱਥੇ ਪੰਜਾ ਮਾਰਿਆ ਸੀ, ਇੱਥੇ ਹੋਇਆ ਸੀ, ਇਹ ਹੋਇਆ ਸੀ। ਤੇ ਜਦੋਂ ਪ੍ਰਮਾਤਮਾ ਦੀ ਗੱਲ ਆਉਂਦੀ ਹੈ ਸਾਰੇ ਚੁੱਪ ਹੋ ਜਾਂਦੇ ਆ। ਬਹੁਤ ਘੱਟ ਲੋਕ ਮਿਲਣਗੇ ਜਿਹੜੇ ਪ੍ਰਮਾਤਮਾ ਦੇ ਬਾਰੇ ਦੱਸਣਗੇ ਜਾਂ ਕਹਿਣਗੇ ਕਿ ਪ੍ਰਮਾਤਮਾ ਦੇ ਕੋਲ ਕਿੱਦਾਂ ਜਾਣਾ, ਕਿਉਂਕਿ ਪ੍ਰਮਾਤਮਾ ਦੇ ਬਾਰੇ ਗੱਲ ਕਰਨੀ ਆਸਾਨ ਨਹੀਂ ਆ, ਮੁਸ਼ਕਲ ਕੰਮ ਆ। ਇਸ ਕਰਕੇ ਲੋਕ ਇੱਧਰ ਉੱਧਰ ਦਾਲ ਫੁਲਕੇ ਦਾ ਸਾਧਨ ਬਣਾ ਲੈਂਦੇ ਨੇ। ਔਰ ਸਾਰੀ ਜਗ੍ਹਾ ਤੇ ਵੇਖੋ ਤੁਸੀਂ, ਮੈਂ ਇਹ ਆਪਣੀ ਨਹੀਂ ਗੱਲ ਕਰਦਾ, ਹਰ ਇੱਕ ਜਗ੍ਹਾ ਤੇ ਵੇਖੋ, ਉੱਥੇ ਪ੍ਰਮਾਤਮਾ ਦੇ ਟੌਪਿਕ ਨੂੰ ਛੇੜਦਾ ਹੀ ਕੋਈ ਨਹੀਂ। ਬਿਲਕੁਲ ਗੋਰਖੀ ਸਾਹਿਬ, ਮੈਂ ਵੀ ਹੈਰਾਨ ਹੋ ਜਾਣਾ। ਦੇਖੋ ਇੱਧਰ ਉੱਧਰ ਜਿਹੜੇ ਹੈਗੇ, ਹੁਣ ਜਿਹੜੇ ਹੈਗੇ ਸਾਖੀਆਂ ਸੁੱਖੀਆਂ ਪਾਈ ਜਾਂਦੇ ਆ, ਚੱਲ ਰਹੀ ਸਾਖੀ ਪਾਈ, ਇਸ ਤਰ੍ਹਾਂ ਹੋਇਆ, ਉਸ ਤਰ੍ਹਾਂ ਹੋਇਆ। ਉਹ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾ ਰਹੇ ਹੋ ਤੁਸੀਂ, ਗੁਰੂ ਨਾਨਕ ਸਾਹਿਬ ਕਹਿ ਕੀ ਰਹੇ ਆ ਉਹ ਤਾਂ ਬੋਲੋ ਨਾ। ਉਹ ਆਪਾਂ ਨੂੰ ਕੀ ਕਹਿ ਰਹੇ ਆ? ਉਹ ਤਾਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈਗਾ ਸਾਰੇ ਤਾਰ ਦਿੱਤੇ, ਇੱਥੇ ਗਏ ਉੱਥੇ ਗਏ, ਸਾਰੇ ਪੂਰਾ ਉਹਨਾਂ ਨੇ ਆਪਣਾ ਜੀਵਨ ਲਗਾ ਦਿੱਤਾ। ਤੇ ਉਹਦੇ ਨਾਲ ਸਾਨੂੰ ਨਿੱਘ ਕਾਹਦਾ ਹੈ ਭਾਈ? ਸਾਨੂੰ ਨਿੱਘ ਤਾਂ ਉਹਦੇ ਨਾਲ ਹੋਣਾ ਹੈ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਉਹ ਕੰਮ ਕਰਨ ਦੇ ਨਾਲ। ਹਾਂਜੀ ਗੁਰਕੀ ਸਾਹਿਬ। ਆਓ, ਤੇ ਇਸ ਕਰਕੇ ਕੋਈ ਪ੍ਰਮਾਤਮਾ ਦੀ ਗੱਲ ਨਹੀਂ ਜੋ ਕਰਦਾ, ਇਹ ਸੱਚ ਆ। ਔਰ ਜੇ ਤੁਹਾਨੂੰ ਕੋਈ ਮਿਲ ਜੇ ਨਾ ਤੇ ਪਲੀਜ਼ ਮੈਨੂੰ ਫੋਨ ਕਰ ਦੇਣਾ ਕਿ ਚਰਨਜੀਤ ਤੁਸੀਂ ਗਲਤ ਹੈਗੇ, ਜੋ ਇੱਥੇ ਫਲਾਣੇ ਬੰਦੇ ਹੈਗੇ ਰੱਬ ਦੀ ਗੱਲ ਕਰਦੇ, ਤੇ ਰੱਬ ਕੀ ਕਹਿੰਦਾ ਫਿਰ ਦੱਸਦੇ ਪਏ ਆ, ਤੇ ਰੱਬ ਕੋਲ ਜਾਣਾ ਵੀ ਕਿੱਦਾਂ ਉਹ ਵੀ ਦੱਸਦੇ ਆ। ਤੁਹਾਨੂੰ ਇਹ ਕਹੀ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜੋ, ਫਿਰ ਕੀ ਹੋਊਗਾ? ਬੁੱਧੀ ਕਿੱਥੋਂ ਵਿਵੇਕ ਤੇ ਬਦਲੇਗੀ? ਇਹ ਭਵ ਸਾਗਰ ਤੋਂ ਕਿੱਦਾਂ ਪਾਰ ਲੰਘਣਾ ਹੈ? ਮਨ ਨੇ ਸ਼ੁੱਧ ਕਿੱਦਾਂ ਹੋਣਾ ਹੈ? ਬੁੱਧੀ ਨੇ ਸ਼ੁੱਧ ਕਿੱਦਾਂ ਹੋਣਾ ਹੈ? ਸੁਰਤੀ ਨੇ ਇਕਾਗਰ ਕਿੱਦਾਂ ਹੋਣਾ ਹੈ? ਵਿਚਾਰ ਖਤਮ ਕਿੱਦਾਂ ਹੋਣੇ ਆ? ਨਹੀਂ, ਬਹੁਤ ਘੱਟ ਲੋਕ ਮਿਲਣਗੇ। ਤਾਂ ਕੇਵਲ ਜੇ ਕੋਈ ਬੋਲਦਾ ਵੀ ਹੋਊਗਾ, ਬਹੁਤ ਘੱਟ ਬੋਲਿਆ ਹੋਊਗਾ। ਕਿਉਂ? ਕਿਉਂਕਿ ਬਾਣੀ ਜਿਹੜੀ ਕਹਿੰਦੀ ਹੈ ਨਾ, ਦੇਖੋ ਬਾਣੀ ਕਹਿੰਦੀ ਵਿਚਾਰੋ ਇਹਨੂੰ, ਇਹ ਬਾਣੀ ਬੋਲਦੀ ਹੈ ਰੱਬ ਦੇ ਬਾਰੇ। ਔਰ ਉਹ ਕਹਿੰਦੀ ਹੈ ਕਿ ਤੂੰ ਸੱਚ ਨੂੰ ਛੱਡ ਕੇ ਇੱਧਰ ਉੱਧਰ ਭਟਕੇਂਗਾ ਤੇ ਸਮਝ ਲੈ ਕਿ ਆਪਣਾ ਸਮਾਂ ਤੂੰ ਬਰਬਾਦ ਕਰ ਰਿਹਾ। ਕਿਤੇ ਨਹੀਂ ਕਿਹਾ ਬਾਣੀ ਦੇ ਵਿੱਚ ਲਿਖਿਆ ਕਿ ਇੱਥੇ ਫਲਾਣੇ ਬਾਬੇ ਦੀ, ਢਿਮਕੇ ਬਾਬੇ ਦੀ ਜਾਂ ਰੱਬ ਦੀ ਫੋਟੋ ਬਣਾ ਲਾ ਅੰਦਰ। ਨਹੀਂ, ਉਹਨਾਂ ਉਦੋਂ ਹੀ ਕਨਫਿਊਜ਼ਨ ਕਲੀਅਰ ਕਰਤੀ ਸੀ, ਨਾ ਉਹਦਾ ਰੂਪ ਹੈ, ਨਾ ਰੰਗ ਹੈ, ਨਾ ਉਹਦੀ ਰੇਖ ਆ, ਕਿਉਂਕਿ ਕਨਫਿਊਜ਼ਨ ਮੁੜ ਕੇ ਬਾਅਦ ਚ ਬਣ ਜਾਂਦੀ ਹੈ। ਇਸ ਕਰਕੇ ਸਾਨੂੰ ਪਹਿਲਾਂ ਹੀ ਸਮਝਾ ਕੇ ਗਏ ਨੇ। ਅੱਜ ਅਗਲੇ ਬੰਨੇ ਜੈਸਾ ਬੋਲੋ ਤੁਕ, ਅਗਲੇ ਬੰਨੇ ਆਹੀ ਗੱਲ ਕਰ ਰਹੇ ਜੋ ਤੁਸੀਂ ਕਹਿ ਰਹੇ ਹੋ ਭਾਈ। ਹਰ ਕਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਹਰ ਘਰ, ਕਹਿੰਦੇ ਤੇਰੀ ਰਕਸ਼ਾ ਤਾਂ ਉਹ ਪਰਮਾਤਮਾ ਕਰ ਰਿਹਾ ਹੈ, ਅੰਦਰ ਬਾਹਰ ਹਰ ਜਗ੍ਹਾ ਤੇ ਪਰਮਾਤਮਾ ਰਕਸ਼ਾ ਕਰ ਰਿਹਾ। ਸਲਾਹ ਤੂੰ ਮਾਇਆ ਨੂੰ ਰਿਹਾ ਜਾਂ ਕਿਸੇ ਹੋਰ ਬਾਬੇ ਨੂੰ, ਮਹਾਂਪੁਰਖ ਨੂੰ ਸਲਾਹ ਰਿਹਾ ਹੈ। ਇਹ ਕੀ ਕਰ ਰਿਹਾ ਹੈ ਪਿਆਰਿਆ? ਕਿੱਥੇ ਲੱਗਿਆ ਹੈ? ਕਿੱਥੇ ਫਸਿਆ ਹੋਇਆ ਤੂੰ? ਹਰ ਕਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਹਰ ਘਰ, ਹਰ ਲਿਖਿਆ ਹੋਇਆ ਪਰਮਾਤਮਾ ਨੂੰ ਸਲਾਹ। ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪੇ ਪਾਓ ਬਿਖਮ ਤਰ। ਕਹਿੰਦੇ ਜਿਸ ਦੇ ਉੱਤੇ ਦਿਆਲ ਹੋ ਗਿਆ ਮਾਲਕ, ਮਾਲਕ ਤਾਂ ਦਿਆਲੂ ਹੈ, ਉਹਦਾ ਨਾਂ ਹੀ ਦਿਆਲੂ ਆ ਭਾਈ, ਕਿਰਪਾਲੂ ਦਿਆਲੂ। ਉਹ ਮਾਲਕ ਪਰਮਾਤਮਾ ਤਾਂ ਹਮੇਸ਼ਾ ਹੀ ਦਿਆਲੂ ਹੈ, ਹਮੇਸ਼ਾ ਹੀ ਕਿਰਪਾਲੂ, ਜਦ ਉਹਦਾ ਨਾਂ ਹੀ ਹੈਗਾ। ਤੇ ਪਰ ਕਹਿੰਦਾ ਭਾਈ ਕੋਈ ਦਇਆ ਮੰਗਦਾ ਹੀ ਨਹੀਂ ਮੇਰੇ ਕੋਲ, ਕੋਈ ਮੇਰੇ ਵੱਲ ਨੂੰ ਹੱਥ ਕਰਦਾ ਹੀ ਨਹੀਂ, ਕੋਈ ਕਹਿੰਦਾ ਹੀ ਨਹੀਂ ਮੈਂ ਜਿਹੜਾ ਹੈਗਾ ਪ੍ਰੋਬਲਮ 'ਚ ਹੈਗਾ ਆ, ਕੋਈ ਕਹਿੰਦਾ ਨਹੀਂ ਮੈਂ ਸੜ ਰਿਹਾ ਹੈਗਾ, ਮੈਨੂੰ ਬਚਾ, ਮੈਂ ਡੁੱਬ ਰਿਹਾ ਆ ਕਿ ਮੈਨੂੰ ਬਚਾ। ਉਹ ਤਾਂ ਕਹਿੰਦੇ ਸਾਨੂੰ ਤਾਂ ਮਜ਼ਾ ਆ ਰਿਹਾ, ਗੋਤੇ ਖਾ ਰਹੇ ਹਾਂ ਅਸੀਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਅੱਜ ਦੀ ਇੱਥੇ ਆਪਾਂ ਦੇਖਦੇ ਹਾਂ, ਉਹ ਕਹਿੰਦੇ ਕਿ ਹਰ ਨੂੰ ਉਹ ਦਿਆਲੂ ਆ, ਔਰ ਦਿਆਲੂ ਵੀ ਹੈਗਾ, ਤੇ ਉਹਦੀ ਸਲਾਹ ਕਰਨੀ ਆ। ਸਲਾਹ ਦਾ ਮਤਲਬ ਕਿ ਉਹਦੀ ਭਗਤੀ ਕਰਨੀ। ਹਾਂ, ਉਹਦੀ ਉਸਤਤ ਕਰੋਗੇ। ਕੀ ਉਸਤਤ ਕਰੋਗੇ? ਹਾਂ, ਮੇਰੀ ਉਸਤਤ ਕਰ ਸਕਦੇ ਤੁਸੀਂ, ਇਹ ਕਹਿ ਸਕਦੇ ਆ ਕਿ ਹਾਂ ਚਰਨਜੀਤ ਬੰਦਾ ਮਤਲਬ ਠੀਕ ਠਾਕ ਨਹੀਂ ਹੈਗਾ,
ਝੂਠ ਬੋਲਦਾ ਹੈ, ਏਦਾਂ ਗੱਲਾਂ ਕਰਦਾ ਹੈ, ਇਹ ਮੇਰੇ ਬਾਰੇ ਤੁਸੀਂ ਬੋਲ ਸਕਦੇ ਤੇ ਪ੍ਰਮਾਤਮਾ ਦੇ ਬਾਰੇ ਕੀ ਬੋਲੋਗੇ? ਉਹਦੀ ਉਸਤਤ ਕੀ ਕਰਾਂਗੇ ਆਪਾਂ? ਪ੍ਰਮਾਤਮਾ ਦੇ ਬਾਰੇ ਕੁਝ ਨਹੀਂ ਬੋਲਿਆ ਜਾ ਸਕਦਾ। ਜੇਕਰ ਬੋਲਣਾ ਹੈ ਤੇ ਆ ਜੋ ਉਹਨੇ ਬਣਾਇਆ ਬਣਾਇਆ ਬੰਦੇ ਬੁੰਦੇ, ਇਹ ਧਰਤੀਆਂ ਧੁਰਤੀਆਂ, ਤਾਰੇ ਤੁਰੇ, ਹਵਾ ਹੁਆ, ਇਹਦੀ ਉਸਤਤ ਕਰ ਸਕਦੇ ਆ। ਪ੍ਰਮਾਤਮਾ ਦੀ ਉਸਤਤ ਕਰਨੀ ਬੜੀ ਔਖੀ ਆ। ਬਾਣੀ ਤੇ ਗੁਰੂਆਂ ਨੂੰ ਵੀ ਪਤਾ ਹੈ ਕਿ ਪ੍ਰਮਾਤਮਾ ਦੀ ਉਸਤਤ ਨਹੀਂ ਕੀਤੀ ਜਾ ਸਕਦੀ, ਫਿਰ ਵੀ ਉਹ ਬਹੁਤ ਬੋਲੇ। ਬਾਣੀ ਚ ਵੇਖੋ ਬਹੁਤ ਬੋਲੇ। ਇੱਕ ਤਰਫ ਕਹਿੰਦੇ ਆ ਕਿ ਉਹਨੂੰ ਗ੍ਰੈਬ ਕਰਨਾ ਬੜਾ ਔਖਾ, ਉਹਨੂੰ ਫੜਨਾ ਬੜਾ ਔਖਾ, ਪਰ ਫਿਰ ਵੀ ਉਹ ਬੋਲੇ ਵਿਚਾਰੇ। ਉਹ ਇਸ ਕਰਕੇ ਬੋਲੇ ਕਿ ਦੂਜਿਆਂ ਨੂੰ ਰਸਤਾ ਮਿਲੇ, ਸਾਨੂੰ ਰਸਤਾ ਮਿਲੇ। ਤੇ ਸਾਨੂੰ ਕਿੱਥੇ ਰਸਤਾ ਮਿਲਣਾ? ਅਸੀਂ ਤੇ ਪੜ੍ਹ ਕੇ ਤੇ ਇਹਨੂੰ ਫਿਰ ਬੰਦ ਕਰ ਦਿੰਦੇ ਆ ਤੇ ਬਸ ਉਹ ਠੀਕ ਹੈ ਬਾਬਾ ਜੀ, ਤੁਸੀਂ ਆਪਣੇ ਘਰ ਮੱਥਾ ਟੇਕਤਾ ਵਾ, ਪ੍ਰਸ਼ਾਦ ਚੜਾਤਾ, 2-4 ਮਿੰਟ ਕੀਰਤਨ ਵੀ ਸੁਣਿਆ, ਬਸ ਤੁਸੀਂ ਠੀਕ ਜੋ। ਤੇ ਬਾਕੀ ਆਹ ਗੱਲ ਤੇ ਕੋਈ ਧਿਆਨ ਹੀ ਨਹੀਂ ਦਿੰਦਾ ਨਿੱਜਾ ਸਾਹਿਬ। ਫਿਰ ਉੱਥੇ ਫਿਰ ਗਤੀ ਕਿੱਥੋਂ ਆਊਗੀ? ਜਦੋਂ ਤੁਸੀਂ ਸਬਕ ਪੜ੍ਹਿਆ ਨਹੀਂ, ਉਹਨੂੰ ਸਮਝਿਆ ਨਹੀਂ, ਉਹ ਤੇ ਇੰਪਲੀਮੈਂਟ ਨਹੀਂ ਕੀਤਾ ਜੀਵਨ, ਤੇ ਫਿਰ ਪ੍ਰੋਗਰੈਸ ਕਿੱਥੋਂ ਹੋਣੀ ਹੈ? ਪ੍ਰੋਗਰੈਸ ਕਿੱਥੋਂ ਹੋਊਗੀ? ਦਵਾਈ ਲੈ ਆਵਾਂਗੇ, ਘਰੇ ਰੱਖ ਛੱਡਾਂਗੇ, ਆਪਾਂ ਖਾਣੀ ਨਹੀਂ, ਜਾਣਾ ਵੀ ਹੈ ਡਾਕਟਰ ਕੋਲ, ਆਪਣਾ ਰਿਕਾਰਡ ਸਭ ਕੁਝ ਬਣਿਆ। ਹੁਣ ਡਾਕਟਰ ਕਹਿੰਦਾ ਵੀ ਦਵਾਈ ਖਾ ਲਿਓ, ਅਸੀਂ ਤੇ ਦਵਾਈ ਖਾਧੀ ਨਹੀਂ, ਤੇ ਠੀਕ ਕਿੱਥੋਂ ਹੋਣਾ ਆਪਾਂ? ਤੋ ਇਹ ਗੱਲਬਾਤ ਹੈਗੀ ਆ ਅੱਜ ਦੀ ਵਿਚਾਰਨੀ ਚ ਸਭ ਇੱਥੇ। ਹਾਂਜੀ ਵੀਰ ਜੀ, ਬਹੁਤ ਵਧੀਆ। ਇੱਕ ਪੌੜੀ ਦੇਖੋ ਕਿੰਨਾ ਗਿਆਨ ਆ ਪੌੜੀ ਦੇ ਵਿੱਚ, ਬਹੁਤ ਜਿਹੜਾ ਹੈਗਾ ਮਾਲਕ। ਇਹ ਤਾਂ ਬ੍ਰਹਮ ਗਿਆਨ ਦੀ ਤਾਂ ਮੈਂ ਕਹਿੰਦਾ ਕਿ ਇਹਦੀ ਤੁਲਨਾ ਹੀ ਨਹੀਂ ਕਰ ਸਕਦੇ ਆਪਾਂ, ਐਸਾ ਬ੍ਰਹਮ ਗਿਆਨ ਹੈ ਜੀ। ਹਾਂਜੀ ਵੀਰ ਜੀ। ਹਾਂਜੀ ਹਾਂ ਸੰਗਤ ਜੀ, ਮੈਂ ਫਿਰ ਸਮਰਾਈਜ਼ ਕਰ ਦਿੰਦਾ ਅੱਜ ਦੀ ਬਾਣੀ ਨੂੰ। ਉਹਨਾਂ ਨੇ ਕਿਹਾ ਵਾ ਕਿ ਤੈਨੂੰ ਨੇਚਰ ਹੋਣਾ ਪਊਗਾ, ਹਨਾ, ਤੈਨੂੰ ਆਪਣੇ ਅੰਦਰ ਸਥਿਰ ਹੋਣਾ ਪਊਗਾ। ਜੇ ਤੂੰ ਸਥਿਰ ਹੋ ਜਾਏਗਾ ਤੇ ਤੇਰਾ ਮਸਲਾ ਹੱਲ ਹੋ ਜਾਊਗਾ। ਫਿਰ ਉਹ ਕਹਿੰਦੇ ਆ ਕਿ ਸੱਚ ਜਿਹੜਾ ਹੈਗਾ ਨਾ, ਸੱਚ ਨੂੰ ਜਦੋਂ ਤੂੰ ਆਪਣੇ ਜੀਵਨ ਚ ਲੈ ਆਂਦਾ ਨਾ, ਤੇ ਆਟੋਮੈਟਿਕਲੀ ਹੀ ਤੇਰੇ ਅੰਦਰ ਜਿਹੜੀ ਜੀਵਨ ਚ ਉਚਾਈ ਆਉਣੀ, ਤੇਰਾ ਮਨ ਸੱਚਾ ਹੋ ਜਾਣਾ, ਤੇਰਾ ਸਰੀਰ ਸੱਚਾ ਹੋ ਜਾਣਾ, ਸੱਚਾ ਹੀ ਤੇਰਾ ਆਕਾਰ ਹੋ ਜਾਣਾ। ਬਾਕੀ ਜੇਕਰ ਤੂੰ ਇੱਧਰ ਉੱਧਰ ਭੱਜ ਰਿਹਾ, ਮੂਰਤੀਆਂ ਮਾਰਤੀਆਂ, ਬਾਬੇ ਬੂਬੇ, ਉਹ ਜਸਟ ਤੇਰੇ ਮਨ ਦਾ ਭਰਮ ਆ, ਤੇ ਉਹ ਵੀ ਲੋਕ ਤੈਨੂੰ ਮਿਸਗਾਈਡ ਕਰ ਰਹੇ ਨੇ। ਤੈਨੂੰ ਕੇਵਲ ਪ੍ਰਮਾਤਮਾ ਦੀ ਹੀ ਭਗਤੀ ਕਰਨੀ ਪੈਣੀ ਹੈ। ਹੋਰ ਕਿਸੇ ਦੀ ਵੀ ਭਗਤੀ ਕਰੇਗਾ ਤੂੰ ਇਹ ਸੰਸਾਰ ਤੋਂ ਨਹੀਂ ਨਿਕਲ ਸਕਦਾ, ਕਿਉਂਕਿ ਜਿਹਦੀ ਵੀ ਤੂੰ ਭਗਤੀ ਕਰੇਗਾ ਉਹ ਆਕਾਰ ਹੈ। ਇਹ ਸਭ ਉਹਨਾਂ ਨੇ ਗੱਲਾਂ ਬਣਾਈਆਂ ਨੇ, ਏਦਾਂ ਦੀ ਕੋਈ ਗੱਲ ਬਾਤ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖੀ। ਔਰ ਦੂਸਰੀ ਤਰਫ ਇਹ ਵੀ ਕਹਿੰਦੇ ਆ ਕਿ ਜਦੋਂ ਮਾਇਆ ਮਨ ਨੂੰ ਮੋਹ ਲੈਂਦੀ ਆ, ਤੇ ਫਿਰ ਉਹ ਬੰਦੇ ਨੂੰ ਵੇਖਣ ਤੋਂ ਤੇ ਸੁਣ ਤੋਂ ਉਹ ਅਸਮਰਥ ਹੋ ਜਾਂਦਾ ਬੰਦਾ। ਬਿਲਕੁਲ, ਮਾਇਆ ਇੰਨੀ ਪਾਵਰਫੁਲ ਚੀਜ਼ ਹੈ। ਸੋ ਇਹ ਗੱਲਾਂ ਹੈਗੀਆਂ ਨੇ। ਨਾਨਕ ਜਿਨ ਹੈ ਤੇ ਮਤਲਬ ਕਹਿੰਦੇ ਨੇ ਕਿ ਸੱਚ ਨੂੰ ਆਪਾਂ ਕੇਵਲ ਸੱਚ ਦੇ ਬਾਰੇ ਗੱਲਾਂ ਨਹੀਂ ਕਰਨੀਆਂ, ਸੱਚ ਨੂੰ ਆਪਣੇ ਜੀਵਨ ਚ ਲੈ ਕੇ ਆਓ। ਔਰ ਸੱਚ ਨੂੰ ਲਿਆਉਣ ਦਾ ਕੀ ਤਰੀਕਾ ਹੈ? ਸੱਚ ਬੋਲੋ, ਸੱਚ ਸੁਣੋ, ਸੱਚ ਖਾਓ, ਸੱਚ ਪੀਓ, ਤੇ ਸੱਚ ਦੇ ਵਿੱਚ ਰਹੋ। ਸੱਚ ਨੂੰ A to Z ਤਰੀਕੇ ਜਿੱਥੇ ਵੀ ਹੈਗੇ ਨੇ, ਤੁਸੀਂ ਸਵੇਰ ਤੋਂ ਉੱਠਦੇ ਜੋ ਔਰ ਤੁਸੀਂ ਵਹਿੰਦੇ ਜੋ, ਤੁਹਾਨੂੰ ਪਤਾ ਸੱਚ ਕਿੱਥੇ ਹੈਗਾ ਤੇ ਝੂਠ ਕਿੱਥੇ ਹੈਗਾ। ਕੋਸ਼ਿਸ਼ ਕਰੋ ਸੱਚ ਨੂੰ ਹੀ ਅੱਗੇ ਲਿਆਂਦਾ ਜਾਵੇ, ਔਰ ਜਦੋਂ ਸੱਚ ਅੱਗੇ ਆ ਗਿਆ, ਝੂਠ ਆਪਣੇ ਆਪ ਹੀ ਖਤਮ ਹੋ ਜਾਏਗਾ। ਤੁਹਾਡਾ ਅੰਤਰਾ ਜਿਹੜਾ ਹੈਗਾ ਉਹ ਸ਼ੁੱਧ ਹੋ ਜਾਏਗਾ ਤੇ ਸ਼ਾਂਤ ਹੋ ਜਾਏਗਾ। ਇੰਨਾ ਸੌਖਾ ਜਿਹਾ ਕੰਮ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮੇਰ ਕਰ, ਮੇਰੇ ਪਿਤਾ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸੁਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ। ਮੇਰੇ ਪਿਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।